विरोधी दलों की मीटिंग ਦੇ ਵਿੱਚ शामिल होने के लिए पटना पहुंचे राहुल गांधी ਤੇ मल्लिकार्जुन खड़गे 2024 की रणनीति ਨੂੰ ਲੈ ਕੇ थोड़ी देर ਦੇ ਵਿੱਚ शुरू होगा महामंथन। केजरीवाल ਤੇ सीएम मान कल ही पहुंचे सन पटना। जथेदार ज्ञानी हरप्रीत सिंह ਦੇ ਦਿੱਲੀ ਦੇ ਨਾਲ ਯਾਰੀ ਵਾਲੇ ਬਿਆਨ ਤੇ ਭੜਕੇ ਰਾਜੋਆਣਾ। ਕਿਹਾ ਤੁਹਾਡੀ ਦਿੱਲੀ ਦੇ ਨਾਲ ਯਾਰੀ ਸਾਨੂੰ ਲੱਗਦੀ ਹੈ ਪੰਥ ਦੇ ਨਾਲ ਗੱਦਾਰੀ। ਯਾਰੀ ਤਾਂ ਮੰਨਦੇ ਜੇ ਬੰਦੀ ਸਿੱਖਾਂ ਦੀ ਰਿਹਾਈ ਵਾਲਾ ਨੋਟੀਫਿਕੇਸ਼ਨ ਕਰਵਾਇਆ ਹੁੰਦਾ ਲਾਗੂ। व्हाइट हाउस ਦੇ ਵਿੱਚ पीएम मोदी ਦੇ ਸਨਮਾਨ ਦੇ ਵਿੱਚ ਡਿਨਰ ਦਾ ਆਯੋਜਨ। ਜੋ ਬਾਈਡਨ ਬੋਲੇ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦਾ ਨਵਾਂ ਦੌਰ। पीएम मोदी ਨੇ ਸ਼ਾਨਦਾਰ ਡਿਨਰ ਦੇ ਲਈ ਕਿਹਾ ਸ਼ੁਕਰੀਆ। ਤੇ ਡਿਨਰ ਦੇ ਵਿੱਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਸਮੇਤ ਕਈ ਵੀਆਈਪੀਜ਼ ਗੈਸਟ ਹੋਏ ਸ਼ਾਮਿਲ। ਆਨੰਦ ਮਹਿੰਦਰਾ ਸੁੰਦਰ ਪਿਚਾਈ ਸਣੇ ਕਈ ਹੋਰ ਹਸਤੀਆਂ ਨੇ ਵੀ ਕੀਤੀ ਸ਼ਿਰਕਤ। प्रधानमंत्री मोदी ने दूजी बार अमरीकी संसद ਨੂੰ ਕੀਤਾ ਸੰਬੋਧਿਤ। बोले जल्द तीजी सब तो वड्डी अर्थव्यवस्था बनेगा भारत। एआई ਦੇ ਜ਼ਰੀਏ ਸਮਝਾਇਆ ਦੋਵੇਂ ਦੇਸ਼ਾਂ ਦਾ ਸੰਬੰਧ। एनआईए ने पंजाब ਤੇ ਹਰਿਆਣਾ ਦੇ 8 ਮੋਸਟ ਵਾਂਟਡ ਗੈਂਗਸਟਰਾਂ ਤੇ ਐਲਾਨਿਆ ਇਨਾਮ। ਅਤਵਾਦੀ ਅਰਸ਼ਦੀਪ ਪਟਾਲਾ ਤੇ ਲੱਕੀ ਪਟਿਆਲ ਤੇ 5 ਲੱਖ ਦਾ ਇਨਾਮ। ਗੈਂਗਸਟਰ ਸੁੱਖਾ ਦੁਨੇਕੇ ਤੇ ਬਾਬਾ ਡੱਲਾ ਸਣੇ 6 ਗੈਂਗਸਟਰਾਂ ਤੇ 1 ਲੱਖ ਦਾ ਇਨਾਮ। लुधियाना में ट्रैक्टर ट्राली हेठ आउण दे नाल शख्स की मौत। टायर हेठ आउण दे नाल कुचलिया गया सिर। ड्यूटी ते जा रहा सी 40 साला सिक्योरिटी गार्ड। न्यूज़ 18 पंजाब हरियाणा की बादशाहत बरकरार। लगातार भरोसे के लिए दर्शकों का शुक्रिया। सटीक और निरपक्ष खबरों के लिए बने रहो न्यूज़ 18 दे नाल। सत श्री अकाल। 11 बजे के बुलेटिन च स्वागत है। मैं तुहाडे नाल गुरजोत संधू। तां शुरुआत करदे हां। जथेदार ज्ञानी हरप्रीत सिंह ते राजोआणा भड़के ने। दिल्ली दे नाल यारी वाले बयान नूं लैके उन्हां ने निशाना साधिया है। दिल्ली दे नाल यारी पंथ दे नाल गद्दारी है। राजोआणा कह रहे ने तुहाडी दिल्ली दे नाल यारी पंथक हित दी पहरेदारी नहीं है। ਇਹ यारी सानू पंथ दे नाल गद्दारी लगदी है। उन्होंने कहा है यारी तां मंनदे जेकर बंदी सिखा दी रिहाई वाला नोटिफिकेशन लागू करवाया हुंदा। तां बलवंत सिंह राजोआणा दे वल्लों ਇਹ ਨਿਸ਼ਾਨਾ ਸਾਧਿਆ ਗਿਆ ਹੈ। ਦੱਸ ਦਈਏ ਕਿ ਕੱਲ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਸੀ। ਉਹਨਾਂ ਨੇ ਲੰਬੀ ਚੌੜੀ ਗੱਲਬਾਤ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਰਾਹੀਂ ਮੀਡੀਆ ਦੇ ਨਾਲ ਕੀਤੀ ਸੀ ਔਰ ਵੱਖੋ-ਵੱਖ ਬਿਆਨ ਦਿੱਤੇ ਸਨ। ਔਰ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਇੱਕ ਸਮੇਂ ਤੇ ਕਿ ਦਿੱਲੀ ਦੇ ਨਾਲ ਸਾਡੀ ਲੰਮੇ ਸਮੇਂ ਤੋਂ ਯਾਰੀ ਹੈ ਔਰ ਯਾਰੀ ਸਦਾ ਰਹੇਗੀ। ਤਾਂ ਉਸ ਨੂੰ ਲੈ ਕੇ ਹੁਣ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨਾ ਸਾਧਿਆ ਗਿਆ ਹੈ। ਦੱਸ ਦਈਏ ਕਿ ਉਹਨਾਂ ਦੇ ਵੱਲੋਂ FB पोस्ट जिहड़ी है फेसबुक ते पोस्ट पाई गई है और उस दे विच उन्होंने लिखा है तखत श्री अकाल तख्त साहिब जी नूं टैंकां ते तोपां दे नाल ढाउण। पंजाब ते दिल्ली दीआं गलियां विच मारे गए हज़ारां निर्दोष सिखां दे होए कतलेआम दे विरुद्ध साडे भरा घरां तो गए अज तक वापस नहीं आए। अज जदों उसे तख्त दे सिंह साहिब श्री अकाल तख्त साहिब ते बैठ के ठहाके मार के हसदे ने और कहंदे ने साडी दिल्ली दे नाल यारी हैगी है तां असीं इत्थे ਇਹ ਕਹਿਣਾ ਚਾਹੁੰਦੇ ਹਾਂ ਕਿ ਆਖਰਕਾਰ ਉਹਨਾਂ ਦੇ ਵੱਲੋਂ ਅੱਗੇ ਲਿਖਿਆ ਜਾਂਦਾ ਹੈ ਸਿੰਘ ਸਾਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥਕ ਹਿੱਤਾਂ ਦੀ ਪਹਿਰੇਦਾਰ ਤਾਂ ਮੰਨਦੇ ਜੇਕਰ ਤੁਸੀਂ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਤੇ 1984 ਦਾ ਇਨਸਾਫ ਲਿਆ ਹੁੰਦਾ। ਜੇਕਰ ਤੁਸੀਂ ਕੇਂਦਰ ਸਰਕਾਰ ਦੇ ਵੱਲੋਂ ਦਿੱਲੀ ਲਾਲ ਕਿਲੇ ਤੇ ਕਰਵਾਏ ਗਏ ਸਮਾਗਮ ਦੇ ਵਿੱਚ ਸ਼ਾਮਿਲ ਹੋ ਕੇ ਉੱਥੇ ਕੌਮੀ ਇਨਸਾਫ ਅਤੇ ਕੌਮੀ ਹਿੱਤਾਂ ਦੀ ਗੱਲ ਕਰਦੇ ਤੁਸੀਂ ਉਸ ਧਾਰਮਿਕ ਸਮਾਗਮ ਦਾ ਬਾਈਕਾਟ ਕਰਕੇ ਅਤੇ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਸ਼ਾਮਿਲ ਹੋ ਕੇ ਕਿਹੜੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰ ਰਹੇ ਸੀ ਸਾਨੂੰ ਸਮਝ ਨਹੀਂ ਆਉਂਦੀ। और अगे लिखा जाता है सिंह साहिब जी तुहाडी पंथक पहरेदारी ते उस समय प्रश्न चिन्ह लग जाता है जदों तुसीं श्री अकाल तख्त साहिब जी नूं टैटेरी करन वाली हज़ारां निर्दोष सिखां दी कातल कांग्रेस दे पतित मुख्यमंत्री दे मुंडे दे विआह दे विच शामिल होकर आप अरदास करके पंथक हितां दे नाल धरो कमाउंदे हो।
ਤੁਹਾਡੇ ਪੈਰੇਦਾਰੀ ਤੇ ਉਦੋਂ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਜਦੋਂ ਤੁਸੀਂ ਡੇਰਾ ਮੁਖੀ ਨੂੰ ਵਾਰ-ਵਾਰ ਮਿਲਦੀ ਪੈਰੋਲ ਨੂੰ ਵੀ ਰੋਕ ਨਹੀਂ ਪਾਉਂਦੇ। ਇਸ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੀ ਹੁਕਮਨਾਮਾ ਜਾਰੀ ਹੋਇਆ ਹੈ। ਸਿੰਘ ਸਾਹਿਬ ਜੀ, ਤੁਸੀਂ 6 ਜੂਨ ਨੂੰ ਹੀ ਆਪਣੇ ਸੰਦੇਸ਼ ਦੇ ਵਿੱਚ ਕਿਹਾ ਸੀ ਕਿ ਸਾਨੂੰ ਝੋਲੀ ਅੱਡ ਕੇ ਇਨਸਾਫ ਮੰਗਣ ਦੀ ਲੋੜ ਨਹੀਂ ਹੈ ਕਿਉਂਕਿ ਇਹਨਾਂ ਹੁਕਮਰਾਨਾਂ ਨੇ ਇਨਸਾਫ ਨਹੀਂ ਕਰਨਾ। ਹੁਣ ਜਿਹੜੇ ਦਿੱਲੀ ਦੇ ਹੁਕਮਰਾਨਾਂ ਨੇ ਕੌਮ ਨੂੰ ਇਨਸਾਫ ਦੇਣਾ ਹੀ ਨਹੀਂ ਤਾਂ ਤੁਹਾਡੀ ਉਹਨਾਂ ਦੇ ਨਾਲ ਯਾਰੀ ਸਾਨੂੰ ਪੰਥਕ ਹਿੱਤਾਂ ਦੀ ਪਹਿਰੇਦਾਰੀ ਨਹੀਂ ਸਗੋਂ ਤੁਹਾਡੀ ਇਹ ਯਾਰੀ ਸਾਨੂੰ ਖਾਲਸਾ ਪੰਥ ਦੇ ਨਾਲ ਗੱਦਾਰੀ ਲੱਗਦੀ ਹੈ। ਅੱਗੇ ਲਿਖਦੇ ਨੇ, ਜਦੋਂ ਅਸੀਂ ਕੌਮੀ ਦਰਦ ਅਤੇ ਕੌਮੀ ਜਜ਼ਬਾਤਾਂ ਤੋਂ ਸਖਣੇ ਲੋਕਾਂ ਨੂੰ ਕੌਮ ਤੇ ਹੋਏ ਭਿਆਨਕ ਜ਼ੁਲਮ ਨੂੰ ਭੁੱਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਹਾਸਾ ਠਾਠਾ ਕਰਦੇ ਹੋਏ ਹਾਂ ਤਾਂ ਫਿਰ ਸਾਡੇ ਮਨ ਨੂੰ ਠੇਸ ਪਹੁੰਚਦੀ ਹੈ। ਸਾਨੂੰ ਆਪਣੇ ਭਰਾਵਾਂ ਦੀਆਂ ਸ਼ਹਾਦਤਾਂ ਯਾਦ ਆਉਂਦੀਆਂ ਨੇ। ਤਾਂ ਇਹ ਪੋਸਟ ਪਾਈ ਗਈ ਹੈ ਔਰ ਇੱਕ ਲੰਬੀ ਚੌੜੀ ਪੋਸਟ ਹੈ, ਪੂਰਾ ਡਿਟੇਲ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੇ ਲਿਖਿਆ ਹੈ ਔਰ ਜਥੇਦਾਰ ਤੇ ਨਿਸ਼ਾਨਾ ਸਾਧਿਆ। ਪਹਿਲਾ ਜਥੇਦਾਰ ਹੋ ਗਿਆ ਜਿੱਦਣ ਗਿਆ ਨਹੀਂ, ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ। ਮੈਂ ਨਹੀਂ ਕਹਿ ਸਕਦਾ ਕਿ ਪਹਿਲੇ ਬੇਇੱਜ਼ਤ ਹੋ ਕੇ ਗਏ ਆ। ਮੈਂ ਇਹ ਸ਼ਬਦ ਨਹੀਂ ਬੋਲ ਸਕਦਾ ਕਿਉਂਕਿ ਮੈਂ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ? ਦੁਨੀਆ ਖਤਮ ਕਰ ਦੇ। ਦਿੱਲੀ ਨਾਲ ਤਾਂ ਸਾਡੀ ਯਾਰੀ ਹੈ। ਆਪੇ ਜੋ ਕਹਿੰਦੇ ਆ ਤਾਂ ਹੈਗੀ ਆ ਫਿਰ। ਸਿੰਘ ਸਾਹਿਬ ਆਖਿਆ ਕਿ ਸਿੰਘ ਸਾਹਿਬ ਯਾਰੀ ਹਾਂ ਹੈਗੀ ਆ, ਕਿਉਂ ਹੈ ਨਹੀਂ ਜੀ? ਸਿੰਘ ਸਾਹਿਬ ਕਹਿੰਦੇ ਦੇਖੋ, ਪੰਥ ਦਾ ਨੁਕਸਾਨ, ਸੰਸਥਾਵਾਂ ਦਾ ਨੁਕਸਾਨ, ਕਿਸੇ ਨਾਲ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ, ਲੇਕਿਨ ਪੰਥ ਦਾ ਨੁਕਸਾਨ, ਸੰਸਥਾਵਾਂ ਦਾ ਨੁਕਸਾਨ, ਕੌਮ ਦਾ ਨੁਕਸਾਨ ਇਹ ਕਦੇ ਸੁਪਨੇ 'ਚ ਨਹੀਂ ਸੋਚ ਸਕਦੇ। ਜੇ ਕੋਈ ਕਰੂਗਾ ਡਟ ਕੇ ਪਹਿਰੇਦਾਰੀ ਕਰਾ, ਭਾਵੇਂ ਜਿਹਦੇ ਨਾਲ ਜਾਰੀ ਹੈ ਜਾਂ ਨਹੀਂ ਹੈ। ਔਰ ਕੀਤੀ ਹੈ ਜੀ, ਕੋਈ ਨਿੱਜੀ ਕੰਮ ਨਹੀਂ ਲਿਆ ਜੀ, ਕੋਈ ਨਿੱਜੀ ਕੋਈ 1 ਰੁਪਈਏ ਦਾ ਕੰਮ ਨਹੀਂ ਲਿਆ। ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ, ਸੰਸਥਾ ਦੀ ਕੀਤੀ ਹੈ, ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਜੀ, ਔਰ ਇਹ ਹੋਏ ਰਹੇਗੀ ਜੀ। ਯੋਗ ਗੁਰੂ ਤਾਂ ਇਹ ਪੋਸਟ ਪਾਈ ਗਈ ਹੈ ਕਮਲਦੀਪ ਕੌਰ ਰਾਜਵਾਨਾ ਦੇ ਭੈਣ ਨੇ, ਉਹਨਾਂ ਦੇ ਵੱਲੋਂ ਆਪਣੇ ਭਰਾ ਬਲਵੰਤ ਸਿੰਘ ਰਾਜਵਾਨਾ ਦੇ ਬਿਹਾਫ ਤੇ ਆਪਣੀ ਫੇਸਬੁੱਕ ਪੋਸਟ ਤੇ ਸ਼ੇਅਰ ਕੀਤਾ ਗਿਆ ਸਾਰਾ ਕੁਝ। ਪੰਕਜ ਕਪਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਪੰਕਜ, ਕੱਲ ਲੰਬੀ ਚੌੜੀ ਗੱਲਬਾਤ ਸਾਬਕਾ ਜਥੇਦਾਰ ਦੇ ਵੱਲੋਂ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ, ਤਾਂ ਅੱਜ ਰਾਜਵਾਨਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਉਹਨਾਂ ਨੂੰ ਉਹ ਗੱਲ ਚੁਭੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਦਿੱਲੀ ਦੇ ਨਾਲ ਯਾਰੀ ਹੈ ਸਾਡੀ। ਦੇਖੋ, ਕੱਲ ਜਦੋਂ ਪ੍ਰੈਸ ਕਾਨਫਰੰਸ ਕਰਕੇ ਪਹਿਲਾ ਸਟੇਟਮੈਂਟ ਜਿਹੜੀ ਸਾਹਮਣੇ ਆਈ ਸੀਗੀ ਸਾਬਕਾ ਕਾਰਜਕਾਰੀ ਜਥੇਦਾਰ ਹੋਰਾਂ ਦੀ, ਤਾਂ ਉਸ ਵੇਲੇ 2 ਅਹਿਮ ਗੱਲਾਂ ਹੋਈਆਂ। ਇੱਕ ਤਾਂ ਉਹਨਾਂ ਨੇ ਕਿਹਾ ਕਿ ਮੈਂ ਸਿਆਸੀ ਦਬਾਅ ਹੇਠਾਂ ਜਿਹੜਾ ਉਹ ਕੰਮ ਨਹੀਂ ਕਰ ਸਕਦਾ ਸੀ। ਕਿਤੇ ਨਾ ਕਿਤੇ ਉਹਨਾਂ ਨੇ ਇਸ ਗੱਲ ਦਾ ਇਸ਼ਾਰਾ ਜ਼ਰੂਰ ਕਰ ਦਿੱਤਾ ਕਿ ਸਿਆਸੀ ਦਬਾਅ ਉਹਨਾਂ ਦੇ ਉੱਤੇ ਸੀਗਾ, ਇਸ ਕਰਕੇ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਵਾ ਉਹ ਦੇ ਦਿੱਤਾ ਗਿਆ, ਐਸਜੀਪੀਸੀ ਨੂੰ ਕਹਿ ਦਿੱਤਾ ਗਿਆ ਸੀਗਾ। ਦੂਸਰਾ ਇਹ ਸੀਗਾ ਕਿ ਕੱਲ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀਗੀ ਉਸ ਵੇਲੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਗਿਆਨੀ ਰਣਜੀਤ ਸਿੰਘ ਹੋਰੀ, ਉਹ ਜਦੋਂ ਨਾਲ ਬੈਠਣ ਲੱਗੇ ਜਾਂ ਬੈਠਣ ਤੋਂ ਇਤਰਾਜ਼ ਜ਼ਾਹਰ ਕਰ ਰਹੇ ਸੀਗੇ, ਤਾਂ ਉਸ ਵੇਲੇ ਉਹਨਾਂ ਨੇ ਇੱਕ, ਕਿਉਂਕਿ ਸਿਆਸਤ ਦੇ ਵਿੱਚ ਜਾਂ ਧਾਰਮਿਕ ਇਸ ਤਰੀਕੇ ਦੀ ਜਦੋਂ ਸਟੇਟਮੈਂਟ ਹੁੰਦੀ ਹੈ ਤਾਂ ਉਸ ਵੇਲੇ ਬੜਾ ਜਿਹੜਾ ਉਹਨਾਂ ਨੇ ਹਾਸੇ ਹੁੰਦੇ ਹੋਏ ਸਟੇਟਮੈਂਟ ਦਿੱਤੀ ਕਿ ਸਾਡੀ ਤਾਂ ਦਿੱਲੀ ਨਾਲ ਯਾਰੀ ਹੈ, ਤੁਸੀਂ ਇੱਥੇ ਆ ਕੇ ਬੈਠੋ। ਇਸ ਗੱਲ ਦਾ ਜ਼ਿਕਰ ਕੀਤਾ ਗਿਆਨੀ ਰਣਜੀਤ ਸਿੰਘ ਹੋਰਾਂ ਨੂੰ ਜਦੋਂ ਬੈਠਣ ਦਾ ਜ਼ਿਕਰ ਕੀਤਾ ਗਿਆ। ਇਹ ਦਿੱਲੀ ਨਾਲ ਯਾਰੀ ਕਿਸ ਅੰਦਾਜ਼ ਦੇ ਨਾਲ ਜਾਂ ਕਿਸ ਲਹਿਜ਼ੇ ਦੇ ਨਾਲ ਕਿਹਾ ਗਿਆ, ਇਹ ਕਾਫੀ ਦਿਲਚਸਪ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਿੱਧੇ ਤੌਰ ਤੇ ਨਹੀਂ ਕਿਹਾ ਜਾਂਦਾ, ਲੇਕਿਨ ਇਸ਼ਾਰਿਆਂ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਜਾਂਦਾ ਹੈ। ਤਾਂ ਇਸ ਗੱਲ ਨੂੰ ਲੈ ਕੇ ਜਦੋਂ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਸੀਗਾ ਔਰ ਉਹਨਾਂ ਦੇ ਚਿਹਰੇ ਤੇ ਇੱਕ ਹਾਸਾ ਵੀ ਸੀਗਾ, ਤਾਂ ਉਸ ਤੋਂ ਬਾਅਦ ਹੁਣ ਕਾਫੀ ਅਹਿਮ ਹੋ ਜਾਂਦਾ ਹੈ ਕਿ ਕਮਲਦੀਪ ਕੌਰ ਰਾਜਵਾਨਾ, ਜਿਹੜੇ ਰਾਜਵਾਨਾ ਦੇ ਭੈਣ ਨੇ, ਉਹਨਾਂ ਦੇ ਵੱਲੋਂ ਪੋਸਟ ਪਾ ਕੇ ਨਿਸ਼ਾਨਾ ਜਿਹੜਾ ਵੈ ਉਹ ਸਾਧਿਆ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ, ਔਰ ਨਾਲ ਹੀ ਨਾਲ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਜਦੋਂ 1984 ਦਾ ਇਨਸਾਫ ਦਿਵਾਉਣ ਦੀ ਗੱਲ ਹੁੰਦੀ ਹੈ, ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਹੁੰਦਾ, ਉਹ ਕਿਉਂ ਨਹੀਂ ਜਿਹੜਾ ਕੀਤਾ ਗਿਆ। ਨਾਲ ਹੀ ਨਾਲ ਉਹਨਾਂ ਨੇ ਰਾਘਵ ਚੱਡਾ ਦੀ ਸਗਾਈ ਨੂੰ ਲੈ ਕੇ ਵੀ ਇਤਰਾਜ਼ ਜਿਹੜਾ ਉਹ ਜ਼ਾਹਰ ਕਰ ਦਿੱਤਾ ਗਿਆ। ਕਈ ਸਾਰੇ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਜਿਹੜਾ ਵੈ ਉਹ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਸਾਧਿਆ ਗਿਆ। ਔਰ ਅਜਿਹੇ 'ਚ ਕਾਫੀ ਅਹਿਮ ਹੋ ਜਾਂਦਾ ਹੈ ਕਿ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਇਸ਼ਾਰਿਆਂ ਦੇ ਵਿੱਚ 2-3 ਗੱਲਾਂ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ, ਇਸ ਤੋਂ ਬਾਅਦ ਕੀ ਉਹ ਖੁੱਲ ਕੇ ਬੋਲਣਗੇ, ਖੁੱਲ ਕੇ ਕਿਸ ਦੇ ਵੱਲ ਇਸ਼ਾਰਾ ਸੀਗਾ
ਔਰ ਦਿੱਲੀ ਦੇ ਨਾਲ ਜਿਹੜੀ ਯਾਰੀ ਦਾ ਜ਼ਿਕਰ ਹੋ ਰਿਹਾ ਸੀ ਉਹ ਗਿਆਨੀ ਰਣਜੀਤ ਸਿੰਘ ਹੋਰਾਂ ਦੇ ਨਾਲ ਸੀ ਜਾਂ ਕੇਂਦਰ ਦੀ ਵਜ਼ਾਰਤ ਦੇ ਨਾਲ ਸੀਗਾ, ਕਿਉਂਕਿ ਸ਼ਹਿਰਾਂ 'ਚ ਬਹੁਤ ਕੁਝ ਕਹਿੰਦੇ ਹੋਏ ਨਜ਼ਰ ਆਏ ਸੀਗੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਪੰਕਜ तमाम ਗੱਲਬਾਤ ਲਈ। ਤਾਂ ਕੀ ਮਾਇਨੇ ਨੇ ਇਸ ਬਿਆਨ ਦੇ? ਜਥੇਦਾਰ ਉਹਨਾਂ ਨੇ ਜੋ ਹਾਲੇ ਕੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਮੌਜੂਦਾ, ਤਾਂ ਫਿਰ ਉਹਨਾਂ ਦਾ ਕਹਿਣਾ ਕੀ ਸੀ? ਇਹ ਬੇहद ਅਹਿਮ ਹੈ। ਉਹ ਕੀ ਕਹਿਣਾ ਚਾਹੁੰਦੇ ਨੇ, ਕੀ ਉਹਨਾਂ ਦਾ ਜਿਹੜਾ ਇੱਥੇ ਮਤਲਬ ਸੀ, ਇਹ ਅਹਿਮ ਹੈ। ਕਮਲਦੀਪ ਕੌਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ, ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੇ। ਕਮਲਦੀਪ ਕੌਰ ਜੀ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਸਤਿ ਸ਼੍ਰੀ ਅਕਾਲ ਜੀ। ਜੀ, ਇੱਕ ਬੜੀ ਨਾਰਾਜ਼ਗੀ ਭਰੀ ਪੋਸਟ ਜਿਹੜੀ ਹੈ ਤੁਹਾਡੇ ਵੱਲੋਂ ਪਾਈ ਗਈ ਹੈ ਬਿਹਾਫ ਤੇ ਬਲਵੰਤ ਸਿੰਘ ਰਾਜੋਆਣਾ ਦੇ। ਕਿਹੜੀ ਗੱਲ ਚੁਭਦੀ ਹੋਈ ਨਜ਼ਰ ਆਈ ਹੈ? ਹਾਲਾਂਕਿ ਤੁਸੀਂ ਉਸ ਦੇ ਵਿੱਚ ਬਹੁਤ ਲੰਬਾ ਚੌੜਾ ਜ਼ਿਕਰ ਵੀ ਕੀਤਾ ਹੈ, ਔਰ ਕੱਲ ਜੋ ਬਿਆਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਦਿੱਤਾ ਉਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦਿੱਲੀ ਦੀ ਯਾਰੀ ਦੇ ਨਾਲ। ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਜੂਨ ਦਾ ਮਹੀਨਾ ਗਾ, ਇਹ ਜੂਨ ਦਾ ਮਹੀਨਾ 6 ਜੂਨ ਨੂੰ ਸਾਡੀ ਸਮੁੱਚੀ ਸਿੱਖ ਕੌਮ ਖਾਲਸਾ ਪੰਥ ਘੱਲੂਘਾਰਾ ਦਿਵਸ ਮਨਾ ਕੇ ਹਟਿਆਗਾ। ਇਹ ਜੂਨ ਦਾ ਉਹ ਮਹੀਨਾ ਜਿਹਦਾ ਸੰਤਾਪ ਅੱਜ ਤੱਕ ਸਾਡੀ ਕੌਮ ਮਤਲਬ ਸਹਿਣ ਕਰ ਰਹੀ ਆ। ਜਿਹੜੇ ਜੂਨ 1984 ਦਾ ਇਨਸਾਫ ਅੱਜ ਤੱਕ ਸਾਡੀ ਕੌਮ ਨੂੰ ਨਹੀਂ ਮਿਲਿਆ, ਫਿਰ ਉਹ ਜੂਨ ਦਾ ਮਹੀਨਾ ਜਦ ਸਾਡੀ ਕੌਮ ਦਾ ਹਰ ਹਿਰਦਾ ਲਹੂ ਲਹਾਨ ਹੋਇਆ ਸੀ। ਤੇ ਜਦੋਂ ਅਸੀਂ ਇਸੇ ਜੂਨ ਦੇ ਮਹੀਨੇ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਇਸ ਤਰ੍ਹਾਂ ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਾਸਾ ਠੱਠਾ ਕਰਦੇ ਇਹ ਕਹਿੰਦੇ ਸੁਣਿਆ ਕਿ ਸਾਡੀ ਤਾਂ ਦਿੱਲੀ ਨਾਲ ਜਾਰੀ ਆ, ਹੈਗੀ ਆ ਤਾਂ ਹੈਗੀ ਆ, ਤਾਂ ਇਹ ਚੀਜ਼ ਸਾਡੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਉਣ ਵਾਲੀ ਸੀ, ਕਿਉਂਕਿ ਸਾਡੇ ਭਰਾਵਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਇਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਣਖ ਗੈਰਤ ਆਪਣੀ ਕੌਮ ਦੇ ਇਨਸਾਫ ਦੇ ਲਈ, ਕੌਮ ਨਾਲ ਹੋਈਆਂ ਬੇਇਨਸਾਫੀਆਂ ਤੇ ਜ਼ੁਲਮ ਦੇ ਲਈ। ਇਸੇ 25 ਜੂਨ ਨੂੰ ਇਸੇ ਜੂਨ 'ਚ ਸਾਡੇ ਭਰਾ 18 ਸਾਲ ਦੇ ਸ਼ਹੀਦ ਹੋਏ ਸੀ। ਤੇ ਇਸੇ ਜੂਨ ਦੇ ਮਹੀਨੇ 'ਚ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਇਸ ਤਰ੍ਹਾਂ ਹਾਸਾ ਠੱਠਾ ਕਰਦੇ ਦੇਖਦੇ ਆ ਤਾਂ ਠੇਸ ਤਾਂ ਪਹੁੰਚਦੀ ਆ ਨਾ। ਜਿਨ੍ਹਾਂ ਦੇ ਘਰ ਉਜੜੇ ਹੁਣ ਘਰਾਂ 'ਚ ਘਾਹ ਉੱਗਿਆ ਹੋਵੇ ਤੇ ਸਾਡੇ ਸਿੰਘ ਸਾਹਿਬਾਨ ਇਸ ਤਰ੍ਹਾਂ ਹਾਸਾ ਠੱਠਾ ਕਰ ਰਹੇ ਹੋਣ ਤਾਂ ਸਾਡਾ ਪੁੱਛਣਾ, ਸਵਾਲ ਕਰਨਾ, ਕਿਉਂਕਿ ਅਸੀਂ ਆਪਣੇ ਪਰਿਵਾਰਾਂ ਦੇ ਜੀਅ ਆ ਰਹੇ ਆ, ਤਾਂ ਸਾਡੇ ਭਰਾ ਜਿਹੜੇ ਨੇ ਅੱਜ ਵੀ ਫਾਂਸੀ ਦੇ ਤਖਤੇ ਤੇ ਖੜੇ ਨੇ, 16 ਸਾਲਾਂ ਤੋਂ ਫਾਂਸੀ ਚੱਕੀ 'ਚ ਬੰਦ ਨੇ ਤੇ 28 ਸਾਲਾਂ ਤੋਂ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਤਾਂ ਇੱਕ ਸਵਾਲ ਤਾਂ ਬਣਦਾ ਨਾ ਸਾਡਾ ਕਿ ਸਿੰਘ ਸਾਹਿਬ ਜੀ ਤੁਹਾਡੀ ਜਾਰੀ ਆ ਤਾਂ ਤੁਸੀਂ ਕੌਮ ਦੇ ਲਈ ਕਿਹੜਾ ਭਲਾ ਕੀਤਾ? ਕਿਹੜਾ ਤੁਸੀਂ ਕੌਮ ਦੇ ਲਈ ਇਨਸਾਫ ਲਿਆ? ਕਿਹੜਾ ਉਹ ਜਿਨ੍ਹਾਂ ਦੇ ਨਾਲ ਤੁਸੀਂ ਜ਼ਾਰੀ ਦੀ ਗੱਲ ਕਰ ਰਹੇ ਹੋ ਉਹਨਾਂ ਨੇ 550 ਸਾਲਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜੇ ਤੁਹਾਡੀ ਜਾਰੀ ਸੀ ਤਾਂ ਸਿੰਘ ਸਾਹਿਬ ਜੀ ਉਹਨੂੰ ਲਾਗੂ ਕਰਵਾ ਦਿੰਦੇ, ਕੌਮ ਦਾ ਭਲਾ ਕਰਦੇ, 1984 ਦਾ ਇਨਸਾਫ ਦਵਾ ਦਿੰਦੇ। ਇਹ ਸਵਾਲ ਤਾਂ ਬਣਦੇ ਆ ਨਾ ਜੀ। ਠੀਕ ਹੈ, ਹਾਂਜੀ ਕਮਲਦੀਪ ਕੌਰ ਜੀ, ਨਾਲ ਹੀ ਇੱਕ ਇਹ ਵੀ ਮੈਂ ਜ਼ਿਕਰ ਕਰਾਂਗੀ ਕਿਉਂਕਿ ਜਿਵੇਂ ਉਹ ਕਹਿੰਦੇ ਨੇ, ਜਿਵੇਂ ਸਾਰੀ ਸਟੇਟਮੈਂਟ ਤੁਸੀਂ ਸੁਣੀ ਹੋਏਗੀ, ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਹਾਂ ਪਰ ਪੰਥ ਸਾਨੂੰ ਸਭ ਤੋਂ ਪਹਿਲਾਂ ਹੈ, ਸਾਨੂੰ ਸਾਡੀ ਸਿਰਮੌਰ ਸੰਸਥਾ ਪਹਿਲਾਂ ਹੈ, ਸ਼੍ਰੋਮਣੀ ਕਮੇਟੀ, ਫਿਰ ਭਾਵੇਂ ਸਾਡਾ ਕੋਈ ਦੋਸਤ ਵੀ ਹੋਵੇ ਫਿਰ ਅਸੀਂ ਡਟ ਕੇ ਖੜਾਂਗੇ ਜੇਕਰ ਉਸ ਤੇ ਕੋਈ ਗੱਲ ਆਏਗੀ ਕੱਲ ਨੂੰ। ਇਹ ਵੀ ਉਹ ਨਾਲ ਜ਼ਿਕਰ ਕਰ ਰਹੇ ਨੇ, ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਉਹਨਾਂ ਦਾ 5 ਸਾਲਾਂ ਦਾ ਹੈਗਾ, ਜਿਹੜਾ 5 ਸਾਲ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਜੀ ਰਹੇ ਨੇ ਤੇ 5 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਵੀ ਸਿੱਖ ਕੌਮ ਦੇ ਲਈ ਕੋਈ ਕੰਮ ਕੀਤਾ ਹੋਵੇ। ਬੰਦੀ ਸਿੰਘ 30 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ, ਕੋਈ ਇੱਕ ਕੰਮ ਜਿਹੜਾ ਕੌਮ ਦੇ ਲਈ ਕੀਤਾ ਹੋਵੇ। ਅਸੀਂ ਇਹੀ ਤਾਂ ਪੁੱਛਦੇ ਹਾਂ ਕਿ ਤੁਹਾਡੀ ਦਿੱਲੀ ਦੇ ਨਾਲ ਜਾਰੀ ਹੈ, ਤੁਸੀਂ ਕਹਿੰਦੇ ਹੋ ਮੈਂ ਨਿੱਜੀ ਕੁਛ ਨਹੀਂ ਕੀਤਾ, ਮੈਂ ਨਿੱਜੀ ਕੋਈ ਫਾਇਦਾ ਨਹੀਂ ਲਿਆ, ਤਾਂ ਫਿਰ ਕੌਮ ਦੇ ਲਈ ਕੋਈ ਫਾਇਦਾ ਲਿਆ ਹੋਵੇ। ਸਾਨੂੰ ਵੀ ਤਾਂ ਪਤਾ ਲੱਗੇ, ਕੌਮ ਨੂੰ ਵੀ ਤਾਂ ਪਤਾ ਲੱਗੇ ਕਿ ਤੁਸੀਂ ਕਿਹੜਾ ਫਾਇਦਾ ਸਿੱਖ ਕੌਮ ਦੇ ਲਈ ਲਿਆਗਾ, ਕਿਹੜਾ ਇਨਸਾਫ ਸਿੱਖ ਕੌਮ ਦੇ ਲਈ ਲਿਆਗਾ। 28 ਸਾਲਾਂ ਤੋਂ ਕੀ ਕੋਈ ਇੱਕ ਵੀ ਸਿੱਖਾਂ ਦਾ ਕਾਤਲ ਅਜਿਹਾ ਹੈ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੋਵੇ, ਜਿਸ ਨੂੰ ਫਾਂਸੀ ਦੀ ਸਜ਼ਾ ਹੋਵੇ ਤੇ 16 ਸਾਲਾਂ ਤੋਂ ਸਿੱਖਾਂ ਦਾ ਕੋਈ ਕਾਤਲ ਫਾਂਸੀ ਚੱਕੀ 'ਚ ਬੈਠਾ ਹੋਵੇ? ਬਿਲਕੁਲ ਜੀ, ਜਦੋਂ 400 ਸਾਲਾ ਪ੍ਰਕਾਸ਼ ਪੁਰਬ ਸੀਗਾ, ਕੇਂਦਰ ਸਰਕਾਰ ਨੇ ਲਾਲ ਕਿਲੇ ਤੇ ਸਮਾਗਮ ਕਰਵਾਇਆ ਸੀ। ਉੱਥੇ ਸਿੰਘ ਸਾਹਿਬ ਜੀ ਨੂੰ ਇਨਵਾਈਟ ਕੀਤਾ ਗਿਆ ਸੀ। ਉੱਥੇ ਸਿੰਘ ਸਾਹਿਬ ਜੀ ਪੂਰੀ ਦੁਨੀਆ ਦੇਖ ਰਹੀ ਸੀਗੀ ਤਾਂ ਆਪਣੇ ਕੌਮੀ ਇਨਸਾਫ ਤੇ ਕੌਮੀ ਹਿੱਤਾਂ ਦੀ ਗੱਲ ਕਰ ਸਕਦੇ ਸੀ, ਪਰ ਨਹੀਂ, ਸਿੰਘ ਸਾਹਿਬ ਜੀ ਨੇ ਉਸ ਪ੍ਰੋਗਰਾਮ ਦਾ ਬਾਈਕਾਟ ਕਰਕੇ ਰਾਘਵ ਚੱਡਾ ਦੀ ਮੰਗਣੀ 'ਚ ਜ਼ਰੂਰ ਗਏ ਸੀ। ਉੱਥੇ ਕਿਹੜੇ ਕੌਮ ਦੇ ਪੰਥਕ ਹਿੱਤ ਸੀਗੇ? ਫਿਰ ਇੱਕ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਜੀ
ਜਿਸ ਕਾਂਗਰਸ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਦਿੱਲੀ ਦੀਆਂ ਗਲੀਆਂ ਦੇ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਪੰਜਾਬ ਦੀ ਧਰਤੀ ਨੂੰ ਕਾਂਗਰਸ ਨੇ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਲਹੂ ਲਹਾਨ ਕੀਤਾ ਹੋਵੇ, ਸਾਡੇ ਭਰਾਵਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਰਾਰ ਦੇ ਕੇ ਸਾੜਿਆ ਹੋਵੇ, ਉਸ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਸ਼ਾਮਲ ਹੋਏ। ਤੁਹਾਨੂੰ ਲੱਗਦਾ ਹੈ ਕਿ ਇੱਥੇ ਹਜ਼ਾਰਾਂ ਕਾਰਗੁਜ਼ਾਰੀ ਸਿੱਖਾਂ ਦੀਆਂ ਲਾਸ਼ਾਂ ਦਫਨ ਨੇ, ਅਣਪਛਾਤੀਆਂ ਕਰਾਰ ਦੇ ਕੇ ਸਾੜੀਆਂ ਗਈਆਂ ਨੇ। ਜੇ ਅਸੀਂ ਤਾਂ ਇਹ ਮਹਿਸੂਸ ਕਰਦੇ ਆ ਕਿ ਜੇਕਰ ਕੌਮੀ ਦਰਦ ਨੂੰ, ਕੌਮ ਦੇ ਦਰਦ ਨੂੰ ਸਿੰਘ ਸਾਹਿਬ ਜੀ ਮਹਿਸੂਸ ਕਰਦੇ ਹੁੰਦੇ ਤਾਂ ਉਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਹਾਸਾ ਠੱਠਾ ਕਰਦੇ ਨਜ਼ਰ ਨਾ ਆਉਂਦੇ। ਪਰ ਸਾਨੂੰ ਨਾਲੋਂ ਉਸ ਦਿਨ ਇਹ ਉਹ ਵੀ ਮਹਿਸੂਸ ਕਹਿ ਹੋਇਆ ਰਹੇ ਸੀ। ਕਿ ਕੌਮੀ ਦਰਦ ਤੇ ਕੌਮੀ ਜਜ਼ਬਾਤ ਤੋਂ ਸਖਣੇ ਨੇ। ਕਮਲਦੀਪ ਜੀ, ਅਖੀਰਲਾ ਸਵਾਲ ਹੈ, ਉਹ ਇਹ ਵੀ ਕਹਿ ਰਹੇ ਸੀ ਕਿ ਮੈਂ 5 ਸਾਲ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂ। ਹਾਲਾਂਕਿ ਤੁਸੀਂ ਜਿਸ ਚੀਜ਼ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੇ ਉਹ ਮੁੱਦਾ ਨਹੀਂ ਚੁੱਕਿਆ, ਪਰ ਉਹਨਾਂ ਨੇ ਇਹ ਕਿਹਾ ਕਿ ਮੇਰੇ ਤੇ ਕੋਈ ਦਾਗ ਨਹੀਂ ਹੈ, ਮੈਂ ਬਿਲਕੁਲ ਸਾਫ਼ ਪਾਕ ਹੋ ਕੇ ਇਹ ਅਹੁਦਾ ਛੱਡ ਰਿਹਾ ਔਰ ਮੈਂ ਜਿਵੇਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸੇ ਤੇ ਉਂਗਲ ਨਹੀਂ ਉਠਾਉਂਦਾ, ਪਰ ਮੈਂ ਬਿਲਕੁਲ ਬਾਇਜ਼ਤ ਜਾ ਰਿਹਾ। ਸਾਡੇ ਤਾਂ ਸਵਾਲ ਨਹੀਂ ਸੀ ਇਹ, ਤੇ ਮੇਰੇ ਖਿਆਲ ਆ ਕਿ ਹਰ ਸੱਚੇ ਸਿੱਖ ਦੇ ਜਿਹਦੇ ਮਨ 'ਚ ਵੀ ਕੌਮ ਦਾ ਦਰਦ ਹੈ, ਜਿਸ ਨੇ ਆਪਣੇ ਪਿੰਡੇ ਤੇ ਕੌਮ ਦਾ ਦਰਦ ਹੰਡਾਇਆਗਾ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਜਿਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਰਾਰ ਦੇ ਕੇ ਸਾੜਿਆ ਗਿਆ, ਜਿਨ੍ਹਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸ਼ਹਾਦਤਾਂ ਦਿੱਤੀਆਂ, ਜਿਹੜੇ ਇੰਨੇ ਕੁ ਜਿਹੜੇ ਸ਼ਰਧਾਲੂ ਸੀ, ਸੰਗਤ ਸੀਗੀ ਉੱਥੇ ਸ਼ਹਾਦਤਾਂ ਦਿੱਤੀਆਂ, ਉਹ ਹਰ ਸਿੱਖ ਹਿਰਦਾ ਬਲੁੰਦਰਿਆ ਗਿਆ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਇੱਕ ਸਿੰਘ ਸਹਿਬਾਨ ਜੀ ਜਿਸ ਤਰ੍ਹਾਂ ਦਾ ਹਾਸਾ ਠੱਠਾ ਕਰਕੇ ਕਹਿੰਦੇ ਨੇ ਕਿ ਦਿੱਲੀ ਨਾਲ ਜਾਰੀ ਹੈ। ਅਸੀਂ ਤਾਂ ਇਹੀ ਸਵਾਲ ਕਰਦੇ ਆ ਨਾ ਕਿ ਜੇ ਤੁਹਾਡੀ ਦਿੱਲੀ ਨਾਲ ਜਾਰੀ ਹੈ, ਤੁਸੀਂ ਕੌਮ ਦਾ ਕਿਹੜਾ ਇਨਸਾਫ ਲਿਆ? ਸਾਡੇ ਤਾਂ ਸਵਾਲ ਨਹੀਂ। ਠੀਕ ਹੈ, ਧੰਨਵਾਦ ਜੀ ਗੱਲਬਾਤ ਕਰਨ ਲਈ, ਸ਼ੁਕਰੀਆ। ਤਾਂ ਕਮਲਦੀਪ ਕੌਰ ਮੌਜੂਦ ਸੀ ਸਾਡੇ ਨਾਲ, ਗੱਲਬਾਤ ਕਰ ਰਹੇ ਨੇ ਫੋਨ ਲਾਈਨ ਤੇ। ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੇ, ਉਹਨਾਂ ਦਾ ਕਹਿਣਾ ਹੈ ਕਿ ਸਾਡਾ ਹਿਰਦਾ ਵਲੂੰਦਿਆ ਗਿਆ ਹੈ, ਸਾਨੂੰ ਇਸ ਗੱਲ ਤੇ ਦੁੱਖ ਹੋਇਆ ਹੈ, ਸਾਨੂੰ ਇਹ ਗੱਲ ਚੁਭੀ ਹੈ। ਜੇਕਰ ਉਹ ਕਹਿ ਰਹੇ ਨੇ ਕਿ ਦਿੱਲੀ ਦੇ ਨਾਲ ਸਾਡੀ ਯਾਰੀ ਹੈਗੀ ਤਾਂ ਫਿਰ ਕਿਸ ਬਿਹਾਫ ਤੇ ਉਹ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ ਕੋਈ ਅਜਿਹਾ ਮੁੱਦਾ ਹੱਲ ਨਹੀਂ ਕਰਾਇਆ ਜੋ ਕੇਂਦਰ ਦੇ ਨਾਲ ਸੰਬੰਧਿਤ ਹੈ ਔਰ ਕਿਸੇ ਵੀ ਪੱਖ ਦੇ ਵਿੱਚ ਉਹਨਾਂ ਨੇ ਇਹ ਗੱਲ ਨਹੀਂ ਚੁੱਕੀ ਜਿਸ ਤੇ ਕੋਈ ਫਾਇਦਾ ਉਹਨਾਂ ਦਾ ਹੋ ਸਕਦਾ ਸੀ, ਜਾਂ ਫਿਰ ਸਿੱਖ ਕੌਮ ਦੀ ਕੋਈ ਇਸ ਸੰਦਰਭ ਦੇ ਵਿੱਚ ਗੱਲ ਹੁੰਦੀ ਤਾਂ ਅਜਿਹਾ ਕੁਝ ਨਹੀਂ ਹੋਇਆ। ਤਾਂ ਇਹ ਸਾਰੇ ਸਵਾਲ ਚੁੱਕੇ ਜਾ ਰਹੇ ਨੇ। ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਇਹ ਪੋਸਟ ਹੈ, ਹਾਲਾਂਕਿ ਕਮਲਦੀਪ ਕੌਰ ਹੋਰਾਂ ਨੇ ਇਹ ਪੋਸਟ ਪਾਈ ਹੈ ਔਰ ਉਸ ਬਿਹਾਫ ਤੇ, ਬਲਵੰਤ ਸਿੰਘ ਰਾਜੋਆਣਾ ਦੇ ਬਿਹਾਫ ਤੇ ਪੋਸਟ ਪਾਈ ਗਈ ਹੈ, ਯਾਨੀ ਕਿ ਸਿੱਧੇ ਤੌਰ ਤੇ ਸਵਾਲ ਜਿਹੜੇ ਨੇ ਉਹ ਖੜੇ ਹੋਏ ਨੇ। ਜਿਸ ਤਰੀਕੇ ਦੀ ਕੱਲ ਸਟੇਟਮੈਂਟ ਆਈ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ, ਉਹਨਾਂ ਨੇ ਕੱਲ ਸਟੇਟਮੈਂਟ ਦਿੱਤੀ ਹੈ, ਹਾਲਾਂਕਿ ਉਹ ਸਟੇਟਮੈਂਟ ਵੀ ਤੁਹਾਨੂੰ ਦੁਬਾਰਾ ਵੀ ਸੁਣਵਾਵਾਂਗੇ, ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜ਼ਿਕਰ ਕਰ ਰਹੇ ਨੇ ਕਿ ਦਿੱਲੀ ਦੇ ਨਾਲ ਯਾਰੀ ਹੈ ਤਾਂ ਫਿਰ ਇਸ ਦੇ ਇਲਾਵਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਨਾਲ ਕਿ ਫਿਰ ਸੰਸਥਾ ਸਿਰਮੌਰ ਹੈ, ਸਿੱਖ ਪੰਥ ਸਿਰਮੌਰ ਹੈ, ਕੌਮ ਸਾਡੀ ਸਿਰਮੌਰ ਹੈ, ਤਾਂ ਫਿਰ ਇਸ ਕਰਕੇ ਅਸੀਂ ਡਟ ਕੇ ਵੀ ਖੜਾਂਗੇ। ਪਰ ਕਿਤੇ ਨਾ ਕਿਤੇ ਇਹ ਗੱਲ ਕਾਫੀ ਚੁਭੀ ਹੈ, ਕਾਫੀ ਭਾਵੁਕ ਵੀ ਹੋਏ ਸਨ ਕਮਲਦੀਪ ਕੌਰ ਇਹ ਗੱਲਬਾਤ ਕਰਦੇ ਹੋਏ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਣ, ਜਦੋਂ ਸਭ ਤੋਂ ਉੱਚ ਪਦਵੀ ਹੋਏ ਕੌਮ ਦੇ ਵਿੱਚ, ਉਸ ਗੱਦੀ ਤੇ ਕੋਈ ਬੈਠਾ ਹੋਏ ਤਾਂ ਫਿਰ ਉਸ ਪੱਧਰ ਤੇ ਜਾ ਕੇ ਹੱਲ ਕਿਉਂ ਨਹੀਂ ਕਰਾਇਆ ਗਿਆ ਮਸਲੇ ਨੂੰ? ਕਿਉਂ 16 ਸਾਲ ਤੋਂ ਜਿਹੜਾ ਹੈ ਉਹ ਫਾਂਸੀ ਦੇ ਤਖਤੇ ਤੇ ਇੱਕ ਕਿਸਮ ਦੇ ਨਾਲ ਜਿਹੜਾ ਹੈ ਉਹ ਖੜੇ ਨੇ ਬਲਵੰਤ ਸਿੰਘ ਰਾਜੋਆਣਾ, ਉਹਨਾਂ ਦੇ ਮਸਲੇ ਨੂੰ ਹੱਲ ਕਿਉਂ ਨਹੀਂ ਕਰਾਇਆ ਗਿਆ? ਉਹ ਬੰਦੀ ਸਿੰਘ ਜਿਹੜੇ ਅੱਜ ਤੱਕ ਆਪਣੀ ਰਿਹਾਈ ਮੰਗ ਰਹੇ ਨੇ, ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਤਾਂ ਫਿਰ ਉਹਨਾਂ ਦੇ ਮਸਲੇ ਕਿਉਂ ਹੱਲ ਨਹੀਂ ਕਰਾਏ ਗਏ? ਵੈਸਾ ਸਿੰਘ ਵਲਟੋਹਾ ਜੁੜ ਗਏ ਨੇ ਸਾਡੇ ਨਾਲ ਫੋਨ ਲਾਈਨ ਤੇ, ਸ਼੍ਰੋਮਣੀ ਅਕਾਲੀ ਦਲ ਤੋਂ। ਵਲਟੋਹਾ ਸਾਹਿਬ, ਸਵਾਗਤ ਹੈ ਤੁਹਾਡਾ ਵੀ। ਬਲਵੰਤ ਸਿੰਘ ਰਾਜੋਆਣਾ ਦੇ ਭੈਣ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਔਰ ਉਹਨਾਂ ਨੇ ਕੱਲ ਸਾਰੀ ਜਿਹੜੀ ਗੱਲਬਾਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤੀ, ਇੱਕ ਗੱਲ ਉਹਨਾਂ ਨੂੰ ਉਸ ਦੇ ਵਿੱਚੋਂ ਚੁਭੀ ਹੈ ਕਿ ਦਿੱਲੀ ਦੇ ਨਾਲ ਯਾਰੀ ਦਾ ਜ਼ਿਕਰ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ, ਤਾਂ ਫਿਰ ਬਾਕੀ ਸਾਰੇ ਮੁੱਦੇ ਜਿਹੜੇ ਪੰਥ ਦੇ ਨਾਲ ਜੁੜੇ ਹੋਏ ਸੀ, ਜੋ ਦਿੱਲੀ ਦੇ ਨਾਲ ਸੰਬੰਧਿਤ ਸੀ, ਕੇਂਦਰ ਨਾਲ ਸੰਬੰਧਿਤ ਸੀ, ਹੱਲ ਕਿਉਂ ਨਹੀਂ ਕਰਾਏ ਗਏ? ਦੇਖੋ ਗੁਰਜੋਤ, ਤੀਤ ਨਹੀਂ ਕਰਦਾ ਕਿ ਸਤਿਕਾਰਯੋਗ ਜਥੇਦਾਰ ਸਾਹਿਬਾਨ ਉੱਤੇ ਮੈਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਾਂ, ਪਰ ਜੇ ਸੱਚ ਵੀ ਨਹੀਂ ਨਾ ਬੋਲੋਗੇ ਤੇ ਫਿਰ ਅੰਦਰੇ ਅੰਦਰ ਸੜਨ ਦਾ ਫਾਇਦਾ ਕੋਈ ਨਹੀਂ ਹੈਗਾ। ਸਾਡੇ ਵਰਗੇ ਅੰਦਰੇ ਅੰਦਰ ਸੜ ਰਹੇ ਆ ਤੇ ਜਥੇਦਾਰ ਸਾਡੇ ਜਿਹੜੇ ਠਹਾਕੇ ਮਾਰ ਕੇ ਦਿੱਲੀ ਦੇ ਨਾਲ ਸਾਂਝ ਹੋਣ ਦਾ ਮਾਣ ਮਹਿਸੂਸ ਕਰ ਰਹੇ, ਤੇ ਦੂਸਰੇ ਬੰਨੇ ਜਿਹੜੇ ਉਹ ਨੇ ਜਿਹੜੇ ਦਿੱਲੀ ਤੋਂ ਪੀੜਤ ਨੇ, ਚਾਹੇ ਉਹ ਉਸ ਸਮੇਂ ਦੀ ਕਾਂਗਰਸੀ ਹਕੂਮਤ ਦੇ ਕਹਿਰ ਕਰਕੇ
ਉਹਨਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ। ਤੇ ਪਰ ਅੱਜ ਦੀ ਸਰਕਾਰ ਵੀ ਜਿਹੜੀ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈ ਰਹੀ ਹੈ। ਔਰ ਇੱਥੋਂ ਤੱਕ ਕਿ ਫੈਸਲਾ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਕੇ, ਹੁਕਮ ਜਾਰੀ ਕਰਕੇ ਵੀ ਜਿਨ੍ਹਾਂ ਨੇ ਲਾਗੂ ਨਹੀਂ ਕੀਤਾ, ਤੇ ਜਥੇਦਾਰ ਸਾਹਿਬ ਮਾਣ ਦੇ ਨਾਲ ਹਿੱਕ ਚੌੜੀ ਕਰਕੇ ਠਹਾਕੇ ਮਾਰ ਕੇ ਕਹਿਣ ਕਿ ਹਾਂ ਹੈਗੀ ਤੇ ਹੈਗੀ ਸਾਂਝ, ਕੋਈ ਨਿੱਜੀ ਕੰਮ ਨਹੀਂ ਲਿਆ, ਪੰਥ ਵਾਸਤੇ ਲਿਆਇਆ। ਤੇ ਹੁਣ ਪਤਾ ਨਹੀਂ ਉਹ ਕਿਹੜਾ ਕੰਮ ਹੈ ਜਿਹੜਾ ਪੰਥ ਵਾਸਤੇ ਲਿਆਇਆ। ਸਭ ਤੋਂ ਵੱਡਾ ਕੌਮ ਦਾ ਇਸ ਵੇਲੇ ਕੰਮ ਤੇ ਜਿਹੜਾ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਆ। ਮੇਰਾ ਵੀ ਜੇ ਦਰਦ ਪਹਿਲੇ ਦਿਨ ਫੁੱਟਿਆ ਸੀਗਾ ਜਦੋਂ ਜਥੇਦਾਰ ਹੋਰੀ ਉਹ ਮਿਸਟਰ ਚੱਡਾ ਦੇ ਰਾਘਵ ਚੱਡਾ ਦੀ ਮੰਗਣੀ ਦੇ ਗਏ ਆ, ਇਸੇ ਕਰਕੇ ਹੀ ਫੁੱਟਿਆ ਸੀਗਾ ਕਿ ਇਹ ਰਾਘਵ ਚੱਡਾ ਉਹ ਆ ਜਿਹਦਾ ਬੌਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਨੱਪ ਕੇ ਬੈਠਾ ਹੈ। ਤੇ ਇੱਕ ਬੰਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੈ ਜਥੇਦਾਰ ਜੀ, ਤੇ ਦੂਜੇ ਬੰਨੇ ਤੁਸੀਂ ਉਹਨਾਂ ਲੋਕਾਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋ ਰਹੇ ਜੇ ਜਿਹੜੇ ਲੋਕ ਸਾਡੇ ਉਹਨਾਂ ਨੌਜਵਾਨੀ ਚੋਂ ਬਿਰਧ ਅਵਸਥਾ ਵਿੱਚ ਚਲੇ ਗਏ ਸਿੱਖਾਂ ਦਾ ਜਿਹੜੇ ਨੇ ਦੁਸ਼ਮਣ ਬਣ ਕੇ ਬੈਠੇ। ਚਲੋ ਮੈਂ ਹਾਂਜੀ ਇੱਕ ਸਵਾਲ ਹੈ ਵਲਟੋਆ ਸਾਹਿਬ, ਦੇਖੋ ਬਿਆਨ ਉਹਨਾਂ ਨੇ ਦਿੱਤਾ ਪਰ ਉਹਨਾਂ ਨੇ ਕਿਸ ਸੰਦਰਭ 'ਚ ਦਿੱਤਾ ਇਹ ਤਾਂ ਉਹੀ ਕਲੈਰੀਫਾਈ ਕਰਨਗੇ ਕਿ ਆਖਰਕਾਰ ਕਿਸ ਹਿਸਾਬ ਦੇ ਨਾਲ ਉਹ ਕਹਿ ਰਹੇ ਨੇ ਕਿ ਸਾਡੀ ਦਿੱਲੀ ਦੇ ਨਾਲ ਯਾਰੀ ਹੈਗੀ ਤਾਂ ਹੈਗੀ ਹੈ। ਇਸ ਦੇ ਦੋ ਤਿੰਨ ਪੱਖ ਹੋ ਸਕਦੇ ਨੇ ਜੀ। ਚਲੋ ਜਥੇਦਾਰ ਸਾਹਿਬ ਸਪਸ਼ਟ ਕਰ ਦੇਣ ਉਹ ਯਾਰੀ ਕਿਸ ਤਰ੍ਹਾਂ ਦੀ ਹੁੰਦੀ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਿੱਲੀ ਨਾਲ ਯਾਰੀਆਂ ਪਾਉਣ ਵਾਸਤੇ ਨਹੀਂ, ਦਿੱਲੀ ਦੇ ਨਾਲ ਆਪ ਦੀ ਸ਼ਕਤੀ ਦਾ ਪ੍ਰਭਾਵ ਵਰਤ ਕੇ, ਹਾਂਜੀ ਕੋਈ ਬਹਿ ਕੇ ਕੋਈ ਦਿੱਲੀ ਤਖਤ ਤੇ ਅਕਾਲ ਤਖਤ ਦਾ ਕੋਈ ਸੁਮੇਲ ਨਹੀਂ ਕਿ ਤੁਸੀਂ ਯਾਰੀਆਂ ਪਾਓ। ਹਾਂਜੀ ਯਾਰੀ ਸ਼ਬਦ ਦਿੱਲੀ ਤਖਤ ਦੇ ਨਾਲ, ਅਕਾਲ ਤਖਤ ਦੀ ਨਹੀਂ, ਤੁਹਾਡੀ ਸਾਡੀ ਕਿਸੇ ਹੋਰ ਦੀ ਹੋ ਸਕਦੀ ਹੈ। ਹਾਂਜੀ ਅਸੀਂ ਇਹ ਦੁਨਿਆਵੀ ਲੋਕ ਹੈ, ਪਰ ਜੇ ਕੌਮ ਦਾ ਜਥੇਦਾਰੀ ਦਿੱਲੀ ਤਖਤ ਦੇ ਨਾਲ ਜਿਹਦੇ ਨਾਲ ਸਾਡੇ 100 ਮਸਲੇ ਹੈ, ਹਾਂਜੀ ਕੋਈ ਰਾਜਨੀਤਿਕ ਸਾਂਝ ਤੇ ਹੈ ਨਹੀਂ ਗੀ, ਕੋਈ ਰਾਜਨੀਤਿਕ ਤੇ ਹੈ ਨਹੀਂ ਗਏ। ਇਹ ਤੇ ਇੱਕ ਤਖਤ ਜਿਹੜਾ ਸੱਚ ਦਾ ਤਖਤ ਹੈ, ਜਿਹਨੇ ਹਮੇਸ਼ਾ ਹੀ ਸਿੱਖਾਂ ਦਾ ਸੋਚਣਾ ਆ। ਹਾਂਜੀ ਤੇ ਉਹਦੀ ਯਾਰੀ ਦਾ ਤੇ ਯਾਰੀ ਦਾ ਦੇਖੋ ਅਸੀਂ ਇਹ ਮੰਨੀਏ, ਹਾਲਾਂਕਿ ਇਹ ਐਸਜੀਪੀਸੀ ਦੀ ਕਾਲ ਹੈ, ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ, ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਸਵੈਚਛਾ ਦੇ ਨਾਲੋਂ ਮੁਕਤ ਹੋਏ ਨੇ। ਕਿਤੇ ਨਾ ਕਿਤੇ ਇਹ ਸਾਰੀਆਂ ਵਜ੍ਹਾ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ, ਕਿਉਂਕਿ ਅੰਦਰ ਖਾਤੇ ਬਹੁਤ ਚੀਜ਼ਾਂ ਹੁੰਦੀਆਂ ਨੇ, ਕਈਆਂ ਨੂੰ ਡਿਸਕਲੋਜ਼ ਕੀਤਾ ਜਾ ਸਕਦਾ, ਕਈਆਂ ਨੂੰ ਨਹੀਂ ਕੀਤਾ ਜਾ ਸਕਦਾ। ਛੋਟੀਆਂ ਗੱਲਾਂ ਹੋਈਆਂ, ਮਸਲੇ ਹੋਏ, ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ, ਮੰਨੀਏ ਅਸੀਂ। ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ, ਇਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਪਸ਼ਟ ਕਰ ਸਕਦੀ ਹੈ। ਪਰ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਸੀ ਕਿ ਜਥੇਦਾਰ ਸਾਹਿਬ ਹੋਰਾਂ ਦੀਆਂ ਸੱਜੇ ਖੱਬੇ ਬੜੀਆਂ ਭੈੜੀਆਂ ਸਾਂਝਾਂ ਸੀ, ਬੜੀਆਂ ਭੈੜੀਆਂ ਸਾਂਝਾਂ ਸੀ। ਇਸ ਗੱਲ ਦਾ ਮੈਨੂੰ ਜ਼ਰੂਰ ਪਤਾ ਹੈਗਾ, ਬਹੁਤ ਸਾਰਿਆਂ ਨੂੰ ਪਤਾ ਹੈਗਾ। ਤੁਹਾਡੇ ਮੇਰਾ ਖਿਆਲ ਹੈ ਕਿ ਮੀਡੀਆ ਨੂੰ ਵੀ ਪਤਾ ਹੈਗਾ ਕਿ ਜਥੇਦਾਰ ਸਾਹਿਬ ਦਿੱਲੀ ਜਾ ਕੇ ਕਿਹਨੂੰ ਮਿਲਦੇ ਆ, ਕਿਸ ਰੂਪ 'ਚ ਮਿਲਦੇ ਆ, ਹਾਂਜੀ ਹੋਰ ਕਿੱਥੇ ਜਾ ਕੇ ਮਿਲਦੇ ਆ। ਹਾਂਜੀ ਉਹ ਕਿਸੇ ਨੂੰ ਬਾਹਲਿਆਂ ਨੂੰ ਨਾ ਪਤਾ ਹੋਵੇ ਗੱਲ ਵੱਖਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕਿਉਂ ਲਿਆ? ਕਿਉਂਕਿ ਉਹਨਾਂ ਕੋਲ ਦੋ ਸਭਾਵਾਂ ਸੀਗੀਆਂ, ਇੱਕ ਥਾਂ ਤੇ ਕਾਰਜਕਾਰੀ ਸੀਗੇ, ਨਾਲੇ ਉਹਨਾਂ ਨੇ ਖੁਦ ਕਿਹਾ ਕਿ ਮੈਂ ਕਾਰਜਕਾਰੀ ਛੱਡਣਾ ਚਾਹੁੰਦਾ। ਪਰ ਮੈਂ ਤੇ ਕਮਾਲ ਹੈ, ਕੱਲ ਜੋ ਜਥੇਦਾਰ ਸਾਹਿਬ ਹੋਰਾਂ ਦੀ ਪ੍ਰੈਸ ਕਾਨਫਰੰਸ ਹੈ, ਕੋਈ ਜਥੇਦਾਰ ਦੀ ਪ੍ਰੈਸ ਕਾਨਫਰੰਸ ਸੀਗੀ, ਕੋਈ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਸ ਤਰੀਕੇ ਦੇ ਨਾਲ ਠੱਠੇ ਮਾਰ ਕੇ ਹਾਂਜੀ ਉਹ ਪ੍ਰੈਸ ਕਾਨਫਰੰਸ ਕਰ ਰਹੇ, ਇਹ ਕੋਈ ਜਥੇਦਾਰੀ ਦਾ ਲਹਿਜਾ ਸੀਗਾ ਜੋ ਉਹਨਾਂ ਦੀ ਬਾਡੀ ਲੈਂਗੁਏਜ ਸੀਗੀ। ਔਰ ਦੂਸਰੇ ਬੰਨੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਨੇ ਸਿੱਖੀ ਦੇ ਉੱਤੇ ਹਮਲਾ ਕੀਤਾ ਹੋਵੇ, ਪੰਜਾਬ ਦੀ ਵਿਧਾਨ ਸਭਾ 'ਚ ਕੀਤਾ ਹੋਵੇ, ਤੇ ਜਥੇਦਾਰ ਸਾਹਿਬ ਨੂੰ ਸਵਾਲ ਕੀਤਾ ਜਾਵੇ, ਜਥੇਦਾਰ ਸਾਹਿਬ ਕਹਿਣ ਕਿ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਤਾਂ ਸੁਣਿਆ ਨਹੀਂ ਜੀ, ਮੈਨੂੰ ਨਹੀਂ ਪਤਾ। ਹਾਂਜੀ ਇਹ ਕੋਈ ਰਾਜਨੀਤਿਕ ਤੁਸੀਂ ਪ੍ਰਤੀਕਰਮ ਦੇ ਰਹੇ ਨੇ, ਤੁਸੀਂ ਕੌਮ ਦੇ ਜਥੇਦਾਰ ਜੇ, ਤੁਸੀਂ ਖੜਕਾ ਕੇ ਕਹੋ। ਪਰ ਉਹ ਤਾਂ ਕਹਿ ਰਹੇ ਨੇ ਕਿ ਮੈਂ ਬਿਲਕੁਲ ਬਾਇਜ਼ਤ ਜਾ ਰਿਹਾ ਹਾਂ, ਮੈਂ ਬਿਲਕੁਲ ਆਪਣਾ ਦਾਗਦਾਰ ਨਹੀਂ ਹਾਂ, ਕਿਸੇ ਕਿਸਮ ਦਾ ਮੇਰੇ ਕਾਰਜਕਾਲ ਦੇ ਵਿੱਚ ਦਾਗਦਾਰ ਨਹੀਂ ਲੱਗਿਆ, ਮੈਂ ਪੂਰਾ ਸੰਤੁਸ਼ਟ ਹਾਂ। ਉਹਨਾਂ ਨੇ ਵਾਰ-ਵਾਰ ਜ਼ਿਕਰ ਕੀਤਾ, ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹੁਣ ਚੈਨ ਦੀ ਨੀਂਦ ਸੌਵਾਂਗਾ ਕਿਉਂਕਿ ਕਿਸੇ ਕਿਸਮ ਦਾ ਵੀ ਕੋਈ ਉਹਨਾਂ ਦੇ ਪ੍ਰੈਸ਼ਰ ਨਹੀਂ ਹੈ। ਇੱਕ ਪ੍ਰੈਸ਼ਰ ਦਾ ਉਹਨਾਂ ਨੇ ਵਾਰ-ਵਾਰ ਜ਼ਿਕਰ ਕੀਤਾ, ਉਹ ਪ੍ਰੈਸ਼ਰ ਕਿਸ ਕਿਸਮ ਦਾ ਹੋ ਸਕਦਾ ਵਲਟੋਆ ਸਾਹਿਬ? ਕਿਉਂਕਿ 2-3 ਦਿਨਾਂ ਦੇ ਵਿੱਚ ਬਹੁਤ ਸਾਰੇ ਬਿਆਨ ਇਧਰੋਂ ਉਧਰੋਂ ਆ ਰਹੇ ਨੇ। ਦੇਖੋ ਮੈਂ ਬੇਨਤੀ ਕਰਾਂ ਜੀ,
ਇਹ ਤੇ ਜਥੇਦਾਰ ਸਾਹਿਬ ਸਪਸ਼ਟ ਕਰਨ, ਜੇ ਉਹ ਇੱਥੋਂ ਤੱਕ ਚਲੇ ਗਏ ਤੇ ਗਾਂਵ ਸਪਸ਼ਟ ਕਰਨਾ ਚਾਹੀਦਾ ਸੀਗਾ। ਤੇ ਜਿਸ ਤੱਕ ਮੈਂ ਹੁਣ ਗੱਲ ਜੇ ਕਵਾਂ, ਜਥੇਦਾਰ ਸਾਹਿਬ ਦੇ ਉੱਤੇ ਪ੍ਰੈਸ਼ਰ ਇੱਧਰੋਂ ਕੌਮ ਵੀ ਨਜ਼ਰ ਆਉਂਦੀ ਸੀ ਤੇ ਉੱਧਰੋਂ ਜਿਹੜੇ ਜਿੱਥੇ ਜਿੱਥੇ ਇਹਨਾਂ ਦੀਆਂ ਯਾਰੀਆਂ ਸੀ ਉਹਨਾਂ ਦੇ ਵੀ ਪ੍ਰੈਸ਼ਰ ਸੀਗੇ ਵੀ ਇਸ ਤਰ੍ਹਾਂ ਕਰੋ ਜੀ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਜਥੇਦਾਰ ਸਾਹਿਬ ਨੇ ਖੁਦ ਪ੍ਰਗਟਾਵਾ ਕੀਤਾ, ਇਸ ਗੱਲ ਦੀ ਕਿਹੜੀ ਗੱਲ ਹੈ ਜੀ, ਮੇਰੇ ਉੱਤੇ ਬਹੁਤ ਸਾਰੇ ਪ੍ਰੈਸ਼ਰ ਨੇ ਜੀ। ਸਾਡੇ ਕੋਲੇ ਗੱਲ ਕੀਤੀ ਹੈ, ਮੇਰੇ ਕੋਲੇ ਗੱਲ ਕੀਤੀ ਹੈ। ਜਥੇਦਾਰ ਸਾਹਿਬ ਹੋਰਾਂ ਨੇ, ਮੈਨੂੰ ਬੜਾ ਦੁੱਖ ਹੋਇਆ, ਮੈਨੂੰ ਸੁਣ ਕੇ ਬੜਾ ਦੁੱਖ ਹੋਇਆ ਸੀਗਾ। ਮੈਂ ਜਥੇਦਾਰ ਜੀ ਕਾਹਦਾ, ਅਸੀਂ ਕਿਉਂ ਉਹਨਾਂ ਦਾ ਪ੍ਰੈਸ਼ਰ ਰੱਖੀਏ? ਹਾਂਜੀ, ਕਿਸ ਗੱਲ ਦਾ ਪ੍ਰੈਸ਼ਰ ਹੈ ਸਾਡੇ ਤੇ? ਕੀ ਕਰ ਦੇਣਗੇ ਸਾਡਾ ਉਹ? ਪਰ ਜਥੇਦਾਰ ਸਾਹਿਬ ਹੋਰਾਂ ਨੂੰ ਹੁਣ ਕੌਣ ਜ਼ੋਰ ਦੇ ਕੇ ਤਾਂ ਕਹਿ ਨਹੀਂ ਜਾ ਸਕਦਾ। ਹਾਂਜੀ, ਉਹ ਹੁਣ ਮੈਂ ਜੇ ਉਹ ਕਿਸ ਪ੍ਰੈਸ਼ਰ ਦੀ ਉਹਨਾਂ ਗੱਲ ਕੀਤੀ, ਕਿਸ ਰੂਪ 'ਚ ਗੱਲ ਕੀਤੀ, ਹਾਂਜੀ, ਤੇ ਮੈਂ ਉਹ ਗੱਲਾਂ ਸੁਣ ਕੇ ਮੈਂ ਖੁਦ ਹੈਰਾਨ ਹੋਇਆ, ਮੈਨੂੰ ਦੁੱਖ ਹੋਇਆ। ਤੁਸੀਂ ਵੱਡਾ ਖੁਲਾਸਾ ਕਰ ਰਹੇ ਹੋ ਬਲਟੋਹਾ ਸਾਹਿਬ। ਹਾਂਜੀ, ਨਹੀਂ ਵੱਡਾ ਖੁਲਾਸਾ ਨਹੀਂ, ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਹੈ। ਹਾਂਜੀ, ਮੈਂ ਤਾਂ ਪਹਿਲਾਂ ਵੀ ਗੱਲ ਕੀਤੀ, ਮੈਂ ਕਿ ਅੱਜ ਨਹੀਂ ਕਰਨ ਨੂੰ ਜੀ ਕਰਦਾ, ਆਪਦਾ ਝੱਗਾ ਚੁੱਕੀ ਢਿੱਡ ਨੰਗਾ ਹੁੰਦਾ। ਕੌਮ ਦੀ ਇੱਕ ਪ੍ਰਾਪਤੀ ਦੱਸ ਦਿਓ, ਇੱਕ ਜਥੇਦਾਰ ਸਾਹਿਬ ਨੇ 5 ਸਾਲ ਜਥੇਦਾਰੀ ਕੀਤੀ ਆ, ਕੌਮ ਵਾਸਤੇ ਇੱਕ ਪ੍ਰਾਪਤੀ ਦੱਸ ਦੇਣ। ਕਿਤੇ ਅੱਗੇ ਹੋ ਕੇ ਲੜਾਈ ਲੜੀ ਹੋਵੇ, ਸਵਾਏ ਭਾਸ਼ਣ ਦੇਣ ਤੋਂ ਤੁਸੀਂ ਲੱਛੇਦਾਰ ਭਾਸ਼ਣ ਕਰਕੇ, ਤੁਸੀਂ ਗਰਮ ਸਿਰਫ ਭਾਸ਼ਣ ਦੇ ਕੇ ਤੇ ਕੌਮ ਦਾ ਸਵਾਰਿਆ ਕੀ ਜੇ? ਹਾਂਜੀ, ਸਵਾਏ ਜੈਡ ਸਿਕਿਉਰਟੀਆਂ ਲੈ ਰਹੀਆਂ ਜਾ ਕੇ, ਕਦੀ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਕਾਂਗਰਸੀ ਮੁੱਖ ਮੰਤਰੀ ਹੈ, ਮੈਨੂੰ ਚਰਨਜੀਤ ਸਿੰਘ ਚੰਨੀ ਨਾਲ ਇਤਰਾਜ਼ ਨਹੀਂਗਾ, ਮੈਨੂੰ ਕਾਂਗਰਸੀ ਮੁੱਖ ਮੰਤਰੀ ਜਿਹਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਾਂਗਰਸ ਨੇ ਹਮਲਾ ਕੀਤਾ ਹੋਵੇ, ਉਸ ਕਾਂਗਰਸ ਦੇ ਮੁੱਖ ਮੰਤਰੀ ਦੇ ਵਿਆਹ ਦੇ ਉੱਤੇ ਤੁਸੀਂ ਜਾ ਕੇ ਸਾਰਾ ਦਿਨ ਬੈਠੇ ਰਹੋ ਤੇ ਉਹਦੇ ਪਤਤ ਮੁੰਡੇ ਦੀ ਅਰਦਾਸ ਤੱਕ ਕਰਦੇ ਤੇ ਫਿਰ ਕਦੇ ਮੈਂ ਇਹ ਸਵਾਲ ਉੱਠਣਾ ਅਖੀਰਲਾ ਸਵਾਲ ਹੈ ਬਲਟੋਹਾ ਸਾਹਿਬ। ਉਹ ਤਾਂ ਤੁਹਾਨੂੰ ਵੀ ਚੈਲੰਜ ਕਰ ਗਏ ਆ, ਕਹਿ ਲਈਏ ਕਿ ਤੁਹਾਨੂੰ ਵੀ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਬਲਟੋਹਾ ਸਾਹਿਬ ਨੂੰ ਜਥੇਦਾਰ ਥਾਪ ਦਿਓ ਜੇਕਰ ਉਹਨਾਂ ਨੂੰ ਲੱਗਦਾ ਦਲੇਰੀ ਹੈ। ਅਖੀਰਲਾ ਰਿਐਕਸ਼ਨ ਦੇਖੋ ਪਹਿਲੀ ਤੇ ਗੱਲ ਹੈ ਕਿ ਨਾ ਮੈਂ ਜਥੇਦਾਰ ਕੀ, ਮੈਂ ਤਾਂ ਸੇਵਾਦਾਰੀ ਦੇ ਲਾਇਕ ਵੀ ਨਹੀਂ, ਮੈਨੂੰ ਆਪਦੇ ਜੀਵਨ ਦਾ ਪਤਾ ਹੈ। ਪਰ ਮੈਂ ਕਹਿੰਦਾ ਕੋਈ ਜਥੇਦਾਰ ਆਵੇ ਤੇ ਸਹੀ, ਕੋਈ ਜਥੇਦਾਰਾਂ ਦੀ ਘਾਟ ਤਾਂ ਨਹੀਂ ਗਈ ਕੌਮ 'ਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੂੰ ਇਤਰਾਜ਼ ਆ ਕਿ ਜਥੇਦਾਰ ਲੱਭੋ ਕੌਮ ਵਾਸਤੇ। ਹਾਂਜੀ, ਬਾਬਾ ਜਰਨੈਲ ਸਿੰਘ ਸਾਨੂੰ ਨਜ਼ਰ ਆਉਂਦਾ ਆ ਜੀ, ਜਾਂ ਤਾਂ ਸਾਨੂੰ ਸਾਡੇ ਦਿਮਾਗ 'ਚ ਇੱਕੋ ਵਸਿਆ ਹੈ ਬਾਬਾ ਜਰਨੈਲ ਸਿੰਘ ਸਾਨੂੰ ਦੇਖਦਾ ਤਾਂ ਅਸੀਂ ਕਿੰਨੇ ਕੁ ਉਸ ਲੈਵਲ ਦਾ ਕੋਈ ਹੋਵੇ। ਹਾਂਜੀ, ਤੇ ਨਹੀਂ ਪਤਾ ਨਹੀਂ ਕਿ ਉਸ ਪੱਧਰ ਦਾ ਸਾਨੂੰ ਨਹੀਂ ਨਜ਼ਰ ਕੋਈ ਆਉਂਦਾ, ਤੇ ਇਸ ਕਰਕੇ ਸਾਨੂੰ ਕੋਈ ਘਾਟ ਨਜ਼ਰ ਆਉਂਦੀ ਹੈ ਜਾਂ ਸਾਡਾ ਕੋਈ ਦਿਮਾਗ ਖਰਾਬ ਆ। ਪਰ ਕੌਮ ਦਾ ਜਥੇਦਾਰ ਹੋਣਾ ਚਾਹੀਦਾ। ਸੰਤੁਸ਼ਟ ਹੋ ਬਲਟੋਹਾ ਸਾਹਿਬ ਤੁਸੀਂ ਗਿਆਨੀ ਰਘਬੀਰ ਸਿੰਘ ਹੋਰਾਂ ਤੋਂ? ਨਹੀਂ, ਰਘਬੀਰ ਸਿੰਘ ਹੋਰਾਂ ਸਤਿਕਾਰਯੋਗ ਨੇ, ਕੁਛ ਕਰਕੇ ਦਿਖਾਉਣਗੇ ਤੇ ਜ਼ਰੂਰ ਕਰਾਂਗੇ, ਕੋਈ ਇਤਰਾਜ਼ ਵਾਲੀ ਗੱਲ ਕੋਈ ਨਹੀਂ ਹੈਗੀ। ਉਹਨਾਂ ਨੂੰ ਮੌਕਾ ਮਿਲਿਆ ਆ, ਹਾਂਜੀ, ਉਹ ਕਰਕੇ ਦਿਖਾਉਣ। ਠੀਕ ਹੈ ਬਲਟੋਹਾ ਸਾਹਿਬ, ਸ਼ੁਕਰੀਆ ਗੱਲਬਾਤ ਲਈ, ਧੰਨਵਾਦ ਹੈ। ਤਾਂ ਮਸਲਾ ਹੈ ਜਥੇਦਾਰ ਹੋਰਾਂ ਦੇ ਦਿੱਤੇ ਬਿਆਨ ਦਾ। ਸਾਬਕਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਦਿੱਲੀ ਦੇ ਨਾਲ ਯਾਰੀ ਹੈ, ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਿਰ ਹੋਇਆ ਹੈ। ਸਭ ਤੋਂ ਪਹਿਲਾਂ ਜਿਹੜੀ ਪੋਸਟ ਪਾਈ ਹੈ ਕਮਲਦੀਪ ਕੌਰ ਹੋਰਾਂ ਨੇ, ਰਾਜਵਾਣਾ ਦੇ ਭੈਣ ਨੇ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਯਾਰੀ ਹੈ ਤਾਂ ਫਿਰ ਮਸਲੇ ਹੱਲ ਕਿਉਂ ਨਹੀਂ ਕਰਾਏ ਗਏ, ਬੰਦੀ ਸਿੱਖਾਂ ਦੀ ਰਿਹਾਈ ਕਿਉਂ ਨਹੀਂ ਕਰਾਈ ਗਈ। ਦੂਸਰਾ, ਵਿਰਸਾ ਸਿੰਘ ਬਲਟੋਹਾ ਹੋਰਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਬਹੁਤ ਵਾਰ ਉਹਨਾਂ ਨੇ ਸਾਡੇ ਨਾਲ ਵੀ ਜ਼ਿਕਰ ਕੀਤਾ ਸੀ ਕਿ ਦਿੱਲੀ ਤੋਂ ਮੈਨੂੰ ਪ੍ਰੈਸ਼ਰ ਹੈ, ਔਰ ਜੇਕਰ ਉਹ ਪ੍ਰੈਸ਼ਰ ਦਾ ਜ਼ਿਕਰ ਕਰ ਰਹੇ ਨੇ ਤਾਂ ਉਹ ਦਿੱਲੀ ਤੋਂ ਵੀ ਪ੍ਰੈਸ਼ਰ ਸੀ, ਇਸ ਕਰਕੇ ਵੀ ਉਹ ਪਰੇਸ਼ਾਨ ਸਨ। ਤਾਂ ਇਹ ਵੀ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇਹ ਅੱਜ ਅਹਿਮ ਗੱਲ ਕੀਤੀ ਗਈ ਹੈ। ਤਾਂ ਕਿਤੇ ਨਾ ਕਿਤੇ ਲਗਾਤਾਰ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਲਗਾਤਾਰ ਜਿਸ ਤਰੀਕੇ ਦੀ ਸਟੇਟਮੈਂਟ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੱਲ੍ਹ ਦਿੱਤੀ ਗਈ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ, ਉਸ ਤੋਂ ਬਾਅਦ ਸਵਾਲ ਉੱਠ ਰਹੇ ਨੇ। ਤਾਂ ਰਾਜਵਾਣਾ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਬਲਵੰਤ ਸਿੰਘ ਰਾਜਵਾਣਾ ਨੇ ਪੋਸਟ ਪਾਈ ਹੈ, ਕਮਲਦੀਪ ਕੌਰ ਹੋਰਾਂ ਨੇ ਉਹਨਾਂ ਦੇ ਆਪਣੇ ਭਰਾ ਦੇ ਬਿਹਾਫ ਤੇ ਪੋਸਟ ਪਾਈ ਹੈ, ਔਰ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ। ਦਿੱਲੀ ਦੇ ਨਾਲ ਯਾਰੀ ਦਾ ਜ਼ਿਕਰ ਕਰਦੇ ਨੇ। ਉਹ ਸਟੇਟਮੈਂਟ ਵੀ ਤੁਹਾਨੂੰ ਸੁਣਵਾਈ ਹੈ, ਦੁਬਾਰਾ ਵੀ ਉਹ ਸਟੇਟਮੈਂਟ ਤੁਹਾਨੂੰ ਸੁਣਵਾਵਾਂਗੇ, ਜਿਸ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਕਿਹਾ ਗਿਆ, ਉਹਨਾਂ ਨੇ ਇਹ ਕਿਹਾ ਕਿ ਦਿੱਲੀ ਦੇ ਨਾਲ ਯਾਰੀ ਹੈ ਤਾਂ ਹੈ, ਔਰ ਇਸ ਤੋਂ ਇਲਾਵਾ ਉਹ ਕਾਫੀ ਠਹਾਕੇ ਮਾਰ ਕੇ ਹੱਸਦੇ ਹੋਏ ਵੀ ਨਜ਼ਰ ਆਏ ਨੇ, ਜਿਸ ਦਾ ਇਤਰਾਜ਼ ਕੀਤਾ ਜਾ ਰਿਹਾ ਹੈ। ਔਰ ਵਿਰਸਾ ਸਿੰਘ ਬਲਟੋਹਾ ਵੀ ਇਹ ਜ਼ਿਕਰ ਕਰ ਰਹੇ ਸੀ ਕਿ ਸ਼ੋਭਾ ਨਹੀਂ ਦਿੰਦਾ ਕਿਉਂਕਿ ਉਹ ਮੌਜੂਦਾ ਦਮਦਮਾ ਸਾਹਿਬ ਦੇ ਜਥੇਦਾਰ ਹਨ, ਤਾਂ ਇਸ ਕਰਕੇ ਚੰਗਾ ਨਹੀਂ ਲੱਗਦਾ। ਇਹ ਬਹੁਤ ਵਧੀਆ ਸੁਨੇਹਾ ਕੋਈ ਨਹੀਂ ਜਾਂਦਾ ਜੇਕਰ ਇਸ ਕਿਸਮ ਦੇ ਨਾਲ ਹੱਸਿਆ ਜਾਵੇ, ਠਾਕੇ ਮਾਰੇ ਜਾਣ। ਔਰ ਉਹਨਾਂ ਨੇ ਵੀ ਕਿਹਾ ਕਿ ਜੇਕਰ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਦਾੜੇ
ਨੂੰ ਲੈ ਕੇ ਜ਼ਿਕਰ ਕੀਤਾ ਗਿਆ, ਉਸ ਨੂੰ ਲੈ ਕੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਉਸ ਦਾ ਵੀ ਕੋਈ ਨਾ ਕੋਈ ਸਪਸ਼ਟੀਕਰਨ ਨਹੀਂ ਸੀ, ਕੋਈ ਜਵਾਬ ਨਹੀਂ ਸੀ, ਜੋ ਚੰਗੀ ਗੱਲ ਨਹੀਂ ਹੈ। ਔਰ ਇਹ ਵੀ ਉਹਨਾਂ ਨੇ ਸਵਾਲ ਕਰ ਦਿੱਤਾ ਕਿ ਆਪਣੇ ਕਾਰਜਕਾਲ ਦੇ ਦੌਰਾਨ ਪੌਣੇ 5 ਸਾਲ ਦਾ ਕਾਰਜਕਾਲ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਤੌਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤਾਂ ਫਿਰ ਉਸ ਦੇ ਵਿੱਚ ਉਹਨਾਂ ਨੇ ਚੰਗਾ ਕੀ ਕੀਤਾ, ਉਸ ਦੇ ਵਿੱਚ ਕੋਈ ਇੱਕ ਉਪਲਬਧੀ, ਉਹਨਾਂ ਦੀ ਇੱਕ ਪ੍ਰਾਪਤੀ ਜਿਹੜੀ ਹੈ ਉਹ ਦੱਸ ਦਿੱਤੀ ਜਾਵੇ। ਤਾਂ ਇੰਤਜ਼ਾਰ ਰਹੇਗਾ ਕਿ ਕੁਝ ਜਵਾਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਉਂਦਾ ਹੈ। ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ, ਸਾਬਕਾ ਪ੍ਰਧਾਨ ਨੇ HSGPC ਦੇ। ਦਾਦੂਵਾਲ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਬਲਵੰਤ ਸਿੰਘ ਰਾਜਵਾਨਾ ਦੇ ਭੈਣ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਰਾਜਵਾਨਾ ਦੇ ਬਿਹਾਫ ਤੇ, ਔਰ ਉਹਨਾਂ ਨੇ ਕਿਹਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੱਲ ਜੋ ਕਿਹਾ ਗਿਆ ਦਿੱਲੀ ਦੇ ਨਾਲ ਯਾਰੀ ਹੈਗੀ ਹੈ, ਤਾਂ ਫਿਰ ਮਸਲੇ ਹੱਲ ਕਿਉਂ ਨਹੀਂ ਕਰਾਏ ਗਏ? ਕਿਉਂ ਉਹ ਕੰਮ ਜਿਹੜੇ ਹੁਣ ਤੱਕ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਪੈਂਡਿੰਗ ਨੇ ਹੱਲ ਨਹੀਂ ਕਰਾਏ ਜਾਂਦੇ? ਉਹਨਾਂ ਨੂੰ ਉਹ ਗੱਲ ਚੁਭੀ ਹੈ ਕਾਫੀ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਕਿ ਜਿਹੜੀ ਅੱਜ ਸਰਦਾਰ ਬਲਵੰਤ ਸਿੰਘ ਰਾਜਵਾਨਾ ਨੇ ਕਹੀ ਹੈ, ਇਹ ਗੱਲਾਂ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ। ਜਿਸ ਵੇਲੇ ਹਮੇਸ਼ਾ ਕੋਈ ਦੂਸਰਾ ਕਰਦਾ ਨਾ ਤੇ ਸਾਨੂੰ ਲੱਗਦਾ ਕਿ ਸ਼ਾਇਦ ਇਹਦੀ ਕਿਤੇ ਪਤਾ ਨਹੀਂ ਕਿਸੇ ਨਾਲ ਕੋਈ ਨੇੜਤਾ ਜਾਂ ਕਿਸੇ ਨਾਲ ਦੂਰੀ ਆ। ਜਿਹੜੀਆਂ ਗੱਲਾਂ ਅਸੀਂ ਕਰਦੇ ਰਹੇ ਹਾਂ, ਅੱਜ ਉਹੀ ਗੱਲ ਜਥੇਦਾਰ ਸਾਹਿਬਾਨ ਬਾਰੇ ਸਰਦਾਰ ਰਾਜਵਾਨਾ ਸਾਹਿਬ ਨੇ ਕਹਿ ਦਿੱਤੀ ਆ। ਸਰਦਾਰ ਰਾਜਵਾਨਾ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਹਾਂ ਕਿ ਉਹ ਬੰਦੀ ਸਿੰਘ ਨੇ, ਕਈ ਦਹਾਕਿਆਂ ਤੋਂ ਜੇਲ੍ਹ ਵਿੱਚ ਨੇ, ਕੌਮ ਲਈ ਕੁਰਬਾਨੀ ਕੀਤੀ ਹੈ, ਕੁਰਬਾਨੀ ਦਾ ਸਤਿਕਾਰ ਹੈ। ਪਰ ਉਹਨਾਂ ਨੇ ਕੀ ਕੀਤਾ, ਜਦੋਂ ਅਸੀਂ ਇਹ ਮੌਜੂਦਾ ਸਿਸਟਮ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ, ਚਾਹੇ ਆਪਣਾ ਤਖਤਾਂ ਦਾ ਪ੍ਰਬੰਧ ਹੈ, ਜਿਸ ਪਰਿਵਾਰ ਦੇ ਪ੍ਰਬੰਧ ਹੇਠ ਹੈ, ਜਦੋਂ ਅਸੀਂ ਸਵਾਲ ਖੜੇ ਕੀਤੇ ਸੀ ਸਤਿਕਾਰ ਸਾਹਿਬ, ਤਾਂ ਸਰਦਾਰ ਰਾਜਵਾਨਾ ਸਾਹਿਬ ਕਹਿੰਦੇ ਸੀ ਇਹ ਗਦਾਰ ਨੇ, ਇਹ ਰਲੇ ਹੋਏ ਆ, ਇਸ ਤਰ੍ਹਾਂ ਦੇ ਬੜੇ ਲੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਦਿੱਤੇ ਸੀ ਉਹਨਾਂ ਨੇ। ਪਰ ਅੱਜ ਉਹੀ ਗੱਲ ਜਿਹੜੀ ਸਰਦਾਰ ਰਾਜਵਾਨਾ ਸਾਹਿਬ ਨੂੰ ਕਹਿਣੀ ਪੈ ਗਈ ਆ। ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ, ਸਰਦਾਰ ਰਾਜਵਾਨਾ ਸਾਹਿਬ ਨੇ ਜੋ ਗੱਲ ਕਹੀ ਹੈ, ਜੇ ਉਹਨਾਂ ਦੀ ਗੱਲ ਦਾ ਜੋ ਉਹਨਾਂ ਨੇ ਕਿਹਾ ਉਹਦਾ ਸਰਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਜਵਾਬ ਦੇਣਾ ਚਾਹੀਦਾ ਵਾ। ਸਰਦਾਰ ਹਰਪ੍ਰੀਤ ਸਿੰਘ ਹੋਣੀ, ਕਿਉਂਕਿ ਉਹ ਵੀ ਡਬਲ ਗੱਲਾਂ ਨਾ ਕਰਨ। ਇੱਕ ਪਾਸੇ ਉਹ ਕਹਿੰਦੇ ਮੇਰੀ ਸਵੈਇੱਛਾ ਸੀ, ਮੈਂ ਛੱਡਣਾ ਚਾਹੁੰਦਾ ਸੀ, ਦੂਸਰਾ ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਤਾਂ ਮੇਰੇ ਕੋਲ ਦੇਖੋ ਦੋਨੇ ਪਾਸੇ ਗੱਲ ਚਲੇ ਗਈ। ਜਾਂ ਤਾਂ ਸ਼੍ਰੋਮਣੀ ਕਮੇਟੀ ਚਾਹੁੰਦੀ ਆ ਤੇ ਜਾਂ ਉਹ ਆਪਣੀ ਸਵੈਇੱਛਾ ਨਾਲ ਛੱਡਣਾ ਚਾਹੁੰਦੇ ਆ। ਦੇਖੋ, ਮੈਨੂੰ ਸਰਬੱਤ ਖਾਲਸਾ ਨੇ ਸੇਵਾ ਸੌਂਪੀ ਤਾਂ ਮੈਂ ਆਪਣੀ ਸਵੈਇੱਛਾ ਦੇ ਨਾਲ ਉਹਨੂੰ ਜਾ ਕੇ ਜਿਹੜਾ ਸੀ ਤਖਤ ਦਮਦਮਾ ਸਾਹਿਬ ਵਿਖੇ ਲੈਟਰ ਲਿਖ ਕੇ ਤੇ ਮੈਂ ਸੇਵਾ ਮੁਕਤ ਹੋ ਗਿਆ। ਮੈਂ ਕਿਹਾ ਜੀ ਮੈਂ ਇਹ ਸੇਵਾ ਨਹੀਂ ਨਿਭਾ ਸਕਦਾ। ਤਾਂ ਜੇ ਸਵੈਇੱਛਾ ਤਾਂ ਜਥੇਦਾਰ ਸਾਹਿਬ ਨੂੰ ਲੈਟਰ ਲਿਖ ਦੇਣਾ ਚਾਹੀਦਾ ਸੀਗਾ। ਪਰ ਹੁਣ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨਾ ਤਾਂ ਕੋਈ ਲੈਟਰ ਲਿਖਿਆ, ਵਰਬਲੀ ਗੱਲਾਂ ਦੀ ਗੱਲ ਕਰ ਰਹੇ ਆ। ਹੁਣ ਦੂਸਰੇ ਪਾਸੇ ਨਾਲ ਹੀ ਕਹਿ ਦਿੰਦੇ ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤਾਂ, ਜਾਂ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਚਾਹੁੰਦੀ ਦੇ ਹਿਸਾਬ ਨਾਲ ਕੰਮ ਕਰੋ, ਜਾਂ ਤੁਸੀਂ ਇਸ ਤਰ੍ਹਾਂ। ਫਿਰ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਦਾਦੂਵਾਲ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰਿਓ, ਕਿਉਂਕਿ ਉਹ ਇਹ ਵੀ ਬਾਰ-ਬਾਰ ਕਹਿ ਰਹੇ ਨੇ ਕਿ XYZ ਕੋਈ ਵੀ ਹੋ ਸਕਦਾ ਹੈ, ਵਿਅਕਤੀ ਵਿਸ਼ੇਸ਼ ਨਾਲ ਤੁਹਾਡੇ ਕੰਫਲਿਕਟ ਹੋ ਸਕਦੇ ਨੇ, ਪਰ ਸੰਸਥਾ ਸਿਰਮੌਰ ਹੈ, ਸ਼੍ਰੋਮਣੀ ਕਮੇਟੀ ਸਿਰਮੌਰ। ਸੰਸਥਾ ਤਾਂ ਹੈ ਹੀ ਸਿਰਮੌਰ, ਉਹ ਤਾਂ ਅਸੀਂ ਵੀ ਕਹਿੰਦੇ ਕੌਮ ਸਿਰਮੌਰ ਆ, ਸ਼੍ਰੋਮਣੀ ਕਮੇਟੀ ਸਿਰਮੌਰ ਆ, ਸ਼੍ਰੋਮਣੀ ਅਕਾਲੀ ਦਲ ਸਾਡੀ ਜਥੇਬੰਦੀ ਆ। ਅਸੀਂ ਵੀ, ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਵਿਵਾਦ ਨਹੀਂ ਹੈ, ਸਾਡਾ ਸ਼੍ਰੋਮਣੀ ਕਮੇਟੀ ਨਾਲ ਵਿਵਾਦ ਨਹੀਂ। ਸਾਡਾ ਮੌਜੂਦਾ ਪ੍ਰਬੰਧ ਜਿਹੜਾ ਸਿਸਟਮ ਆ, ਜਿਹੜਾ ਕਿ ਗੁਰ ਸਿਧਾਂਤ ਤੋਂ ਹੀ ਨਾ ਚੱਲ ਰਿਹਾ, ਉਹਦੇ ਨਾਲ ਸਾਡਾ ਜਿਹੜਾ ਹੈਗਾ ਵਿਵਾਦ, ਉਹਦੇ ਤੇ ਸਵਾਲ ਖੜੇ ਕਰਦੇ। ਮੈਂ ਇੱਕ ਗੱਲ ਹੋਰ ਕਹਿ ਦਿਆਂ, ਦੇਖੋ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਕਿ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਕਰਵਾਉਣਾ ਚਾਹੁੰਦੀ ਆ, ਮਤਲਬ ਸਿੱਧਾ ਉਹਨਾਂ ਨੇ ਉਸ ਪਰਿਵਾਰ ਦਾ ਜ਼ਿਕਰ ਨਹੀਂ ਕੀਤਾ। ਕਹਿੰਦੇ ਵੀ ਬਲਟੋਆ ਸਾਹਿਬ 'ਚ ਬੜੀ ਹਿੰਮਤ ਆ, ਦਲੇਰੀ ਆ, ਤੇ ਉਹਨਾਂ ਨੂੰ ਜਥੇਦਾਰ ਲਾ ਕੇ ਉਹ ਕੰਮ ਕਰਵਾ ਲੈਣ ਜਿਹੜੇ ਉਹ ਕਰਵਾਉਣਾ ਚਾਹੁੰਦੀ ਹੈ। ਇਹਦਾ ਮਤਲਬ ਕੋਈ ਉਹ ਕੰਮ ਕਰਵਾਉਣਾ ਚਾਹੁੰਦੇ ਸੀ ਜਿਹੜੇ ਹਰਪ੍ਰੀਤ ਸਿੰਘ ਨੇ ਨਹੀਂ ਕੀਤੇ, ਜਾਂ ਉਹ ਪਿਛਾਂ ਹਟੇ ਆ। ਇਹ ਕਈ ਸਵਾਲ ਜਿਹੜੇ ਆ ਹਰਪ੍ਰੀਤ ਸਿੰਘ ਹੋਣਾ ਦੀ ਇੰਟਰਵਿਊ ਨੇ ਖੜੇ ਕੀਤੇ ਆ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਪਸ਼ਟ ਜਿਹੜੀਆਂ ਗੱਲਾਂ ਨੇ ਸਾਨੂੰ ਇਹਦੇ 'ਚ ਕਹਿਣੀਆਂ ਚਾਹੀਦੀਆਂ, ਤਾਂ ਹੀ ਕੌਮ ਦਾ, ਪੰਥ ਦਾ ਭਲਾ ਹੋ ਸਕਦਾ। ਦੋਹਰੀਆਂ ਗੱਲਾਂ ਦੇ ਨਾਲ ਪੰਥ ਦਾ ਭਲਾ ਨਹੀਂ ਹੋ ਸਕਦਾ। ਕੌਮ ਦਾ, ਸੰਸਥਾਵਾਂ ਦਾ ਨੁਕਸਾਨ ਹੀ ਸਾਡਾ ਤਾਂ ਹੋਇਆ ਜਦੋਂ ਅਸੀਂ ਨਿੱਜੀ ਹਿੱਤ, ਸਵਾਰਥ ਵੀ ਮੂਹਰੇ ਰੱਖੇ ਤੇ ਅਸੀਂ ਆਪਣਾ ਜਿਹੜਾ ਸੀਗਾ ਦੂਸਰਾ ਪਾਸਾ ਵੀ ਮੂਹਰੇ ਰੱਖਿਆ। ਅਸੀਂ ਦੇਖੋ, ਜੇ ਸਵਾਰਥਾਂ ਨੂੰ ਛੱਡ ਕੇ ਸਿੱਧਾ ਅਸੀਂ ਪ੍ਰਚਾਰ ਪ੍ਰਸਾਰ ਦੀ ਗੱਲ ਕੀਤੀ, ਸਾਨੂੰ ਜੇਲ੍ਹਾਂ, ਮੁਕੱਦਮੇ ਕਿੰਨਾ ਕੁਝ ਝੱਲਣਾ ਪਿਆ। ਜਿੰਨਾ ਚਿਰ ਸਾਡੇ ਪੰਥ ਦੀ ਸਰਕਾਰ ਦਾ ਰਾਜ ਰਿਹਾ,
ਤੇ ਸਾਡੇ ਜਿਹੜੇ ਸੀਗੇ ਕਦੇ ਕਪੂਰਥਲੇ ਆਸਣ ਹੁੰਦੇ ਸੀ ਤੇ ਕਦੇ ਹੁਸ਼ਿਆਰਪੁਰ ਜੇਲ੍ਹ ਤੇ ਕਦੇ ਬਠਿੰਡਾ ਤੇ ਕਦੇ ਫਰੀਦਕੋਟ ਹੁੰਦੇ ਸੀ। ਉਹਨਾਂ ਨੇ ਸਾਨੂੰ ਜੇਲ੍ਹਾਂ 'ਚ ਹੀ ਡੱਕੀ ਰੱਖਿਆ ਵੀ ਤੁਸੀਂ ਸਿਧਾਂਤ ਦੀ ਗੱਲ ਕਿਉਂ ਕਰਦੇ ਆ। ਅਸੀਂ ਸਪਸ਼ਟ ਕੀਤੀ, ਅਸੀਂ ਜੇਲ੍ਹਾਂ ਮੁਕੱਦਮਿਆਂ ਦੀ ਪਰਵਾਹ ਨਹੀਂ ਕੀਤੀ। ਉਹਨਾਂ ਦਾ ਦਿੱਤਾ ਹੋਇਆ ਸੰਤਾਪ ਅੱਜ ਤੱਕ ਅਸੀਂ ਭੁਗਤ ਰਹੇ ਹਾਂ। ਦਾਦੂਵਾਲ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਇੱਕ ਪ੍ਰੈਸ਼ਰ ਦਾ ਜ਼ਿਕਰ ਕਰ ਰਹੇ ਨੇ, ਕਿਹੜਾ ਪ੍ਰੈਸ਼ਰ ਹੋ ਸਕਦਾ? ਵਿਰਸਾ ਸਿੰਘ ਵਲਟੋਹਾ ਉਹ ਕਹਿ ਰਹੇ ਨੇ ਕਿ ਕੇਂਦਰ ਦਾ ਹੋ ਸਕਦਾ ਹੈ, ਕੇਂਦਰ ਦਾ ਪ੍ਰੈਸ਼ਰ ਉਹ ਕਹਿ ਰਹੇ ਨੇ, ਉਹਨਾਂ ਨੇ ਡਾਇਰੈਕਟਲੀ ਨਹੀਂ ਕਿਹਾ। ਉਹ ਕਹਿ ਰਹੇ ਕਿ ਮੇਰੇ ਨਾਲ ਬੜੀ ਵਾਰ ਜ਼ਿਕਰ ਕੀਤਾ ਖੁੱਲ ਕੇ ਉਹਨਾਂ ਨੇ, ਔਰ ਉਹ ਦੱਸ ਰਹੇ ਸੀਗੇ ਕਿ ਬੜੀ ਵਾਰ ਮੇਰੇ ਨਾਲ ਜ਼ਿਕਰ ਕੀਤਾ ਕਿ ਕੇਂਦਰ ਤੋਂ ਮੈਨੂੰ ਪ੍ਰੈਸ਼ਰ ਹੈ। ਉਸ ਦੇ ਵਿੱਚ ਉਹ ਕਾਫੀ ਡਿਸਟਰਬ ਵੀ ਸੀਗੇ, ਪਰੇਸ਼ਾਨ ਰਹਿੰਦੇ ਸੀ। ਦੇਖੋ, ਇਹ ਤਾਂ ਜਥੇਦਾਰ ਹਰਪ੍ਰੀਤ ਸਿੰਘ ਹੀ ਸਪਸ਼ਟ ਕਰ ਸਕਦੇ ਕਿ ਉਹਨਾਂ ਨੂੰ ਪ੍ਰੈਸ਼ਰ ਕਿਸ ਦਾ ਸੀ, ਪਰ ਪ੍ਰੈਸ਼ਰ ਕਿਸ ਦਾ ਹੋ ਸਕਦਾ ਇਹ ਸਾਰੀ ਕੌਮ ਸਮਝਦੀ ਆ। ਮੈਂ ਸਮਝਦਾ ਇੱਕ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਆ, ਤਾਂ ਹੀ ਅੱਜ ਉਸ ਪੋਸਟ ਨੂੰ ਹੀ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਵਾ ਕਿ ਅੱਜ ਉੱਥੇ ਕੋਈ ਜਾ ਕੇ ਰਾਜੀ ਨਹੀਂ ਆ। ਸ਼ਾਇਦ ਰਘਬੀਰ ਸਿੰਘ ਵੀ ਜਾ ਕੇ ਰਾਜੀ ਨਹੀਂ ਸੀ, ਜੋ ਮੈਨੂੰ ਨੇੜਲੇ ਸੂਤਰਾਂ ਤੋਂ ਪਤਾ ਲੱਗਾ। ਉਹ ਵੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣ ਲਈ ਤਿਆਰ ਸੀ, ਪਰ ਜਥੇਦਾਰ ਅਕਾਲ ਤਖ਼ਤ ਨਹੀਂ ਪਰ ਲਾਇਆ ਗਿਆ। ਉਹ ਉਹਨਾਂ ਦੀ ਸੇਵਾ ਕਰ ਰਹੀ, ਉਹਨਾਂ ਨੂੰ ਲੱਗਣਾ ਪੈਣਾ ਸੀ। ਜੇ ਉਹਨਾਂ ਨੇ ਸ਼੍ਰੋਮਣੀ ਕਮੇਟੀ 'ਚ ਕੰਮ ਕਰਨਾ ਸੀਗਾ ਤਾਂ ਆਜ਼ਾਦਾਨਾ ਫੈਸਲਾ ਲੈ ਨਹੀਂ ਸੀ ਸਕਦੇ। ਸੋ ਇਸ ਕਰਕੇ ਮੈਂ ਇੱਕ ਗੱਲ ਕਹਿ ਸਕਦਾ ਵੀ ਉੱਥੇ ਪ੍ਰੈਸ਼ਰ ਕਿਹਦਾ ਹੋ ਸਕਦਾ ਇਹ ਸਾਰੀ ਕੌਮ ਜਾਣਦੀ ਆ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ। ਜ਼ਿੰਮੇਵਾਰੀ ਵਾਲੀ ਪੋਸਟ ਆ, ਪਰ ਇਹਨਾਂ ਪ੍ਰੈਸ਼ਰਾਂ ਨੂੰ ਪਾਸੇ ਰੱਖ ਕੇ ਕੌਮ ਦੇ ਗੁਰਬਾਣੀ ਤੇ ਗੁਰ ਇਤਿਹਾਸ ਦੇ ਸਿਧਾਂਤਾਂ ਅਨੁਸਾਰ ਗੁਰ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਫੈਸਲੇ ਉੱਥੇ ਜਿਹੜੇ ਉਹ ਲੈਣੇ ਹੁੰਦੇ। ਉੱਥੇ ਕਿਸੇ ਦਾ ਦਬਾਜ ਮੀਰੀ ਪੀਰੀ ਦਾ ਤਖਤ ਆ, ਮੀਰੀ ਪੀਰੀ ਦਾ ਮਾਲਕ ਦਲ ਭੰਜਨ ਗੁਰ ਸੂਰਮਾ ਵੜ ਯੋਧਾ ਬੋ ਪਰਉਪਕਾਰੀ। ਉਹਨਾਂ ਨੇ ਵੀ ਸਮੇਂ ਦੀਆਂ ਸਰਕਾਰਾਂ ਦਾ ਕਿਸੇ ਦਾ ਦਬਾਅ ਨਹੀਂ ਸੀ ਮੰਨਿਆ। ਉਹਨਾਂ ਨੇ 4 ਜੰਗਾਂ ਲੜੀਆਂ, ਜਿੱਤੀਆਂ, ਤਖਤ ਰਚਿਆ ਹੀ ਤਾਂ ਸੀ ਉਹਨਾਂ ਨੇ ਅਕਾਲ ਦਾ ਤਖਤ। ਇਸ ਕਰਕੇ ਜਿਹੜਾ ਉੱਥੇ ਸੇਵਾਦਾਰ ਬੈਠਾ ਉਹਦੇ ਤੇ ਦਬਾਅ ਹੋ ਹੀ ਨਹੀਂ ਸਕਦਾ। ਜਿੱਦਾਂ ਅੱਜ ਹਰਪ੍ਰੀਤ ਸਿੰਘ ਹੁਣੀ ਗੱਲਾਂ ਕਹਿ ਰਹੇ ਆ ਨਾ, ਮੈਂ ਸਮਝਦਾ ਜਿਸ ਤਰੀਕੇ ਦੇ ਨਾਲ ਮੈਂ ਪ੍ਰੈਸ਼ਰ ਮੁਕਤ ਹੋ ਗਿਆ, ਮੈਂ ਨਿਤਨੇਮ ਕਰ ਲਿਆ, ਉਹ ਪਹਿਲਾਂ ਹੋ ਨਹੀਂ ਸੀ ਪਾਉਂਦਾ। ਮੈਂ ਸਮਝਦਾ ਕਿ ਉਹਨਾਂ ਨੂੰ ਇਹ ਗੱਲਾਂ ਅੱਜ ਨਹੀਂ ਕਰਨੀਆਂ ਚਾਹੀਦੀਆਂ। ਇਹਦੇ ਨਾਲ ਕੌਮ ਦੇ ਵਿੱਚ ਹੋਰ ਬੜੇ ਸਵਾਲ ਖੜੇ ਹੁੰਦੇ ਆ ਕਿ ਕੀ ਜਥੇਦਾਰ ਨਿਤਨੇਮ ਹੀ ਨਹੀਂ ਸੀ ਕਰਦਾ, ਜਾਂ ਜਥੇਦਾਰ ਤੋਂ ਨਿਤਨੇਮ ਹੀ ਨਹੀਂ ਸੀ ਹੁੰਦਾ ਉਸ ਵੇਲੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਸਵਾਲ ਬੜੇ ਖੜੇ ਕਰਦੀਆਂ। ਅੱਜ ਕਹਿੰਦੇ ਮੈਂ ਸੁਰਖਰੂ ਹੋ ਗਿਆ, ਤਾਂ ਮਤਲਬ ਜਿਹੜੇ ਸੇਵਾਵਾਂ ਨਿਭਾ ਰਹੇ ਉਹ ਸੁਰਖਰੂ ਨਹੀਂ ਹੁੰਦੇ। ਉਹ ਪੰਥ ਦੀਆਂ ਐਡੀਆਂ ਵੱਡੀਆਂ ਇਹ ਸੰਸਥਾਵਾਂ ਨੇ। ਜਥੇਦਾਰ ਅਕਾਲ ਤਖ਼ਤ ਕੋਈ ਛੋਟੀ ਪੋਸਟ ਨਹੀਂ ਆ। ਬੜੀ ਜ਼ਿੰਮੇਵਾਰੀ ਦੇ ਨਾਲ ਮੈਂ ਵਿਅਕਤੀਗਤ ਤੌਰ ਤੇ ਉਹਨਾਂ ਦਾ ਸਤਿਕਾਰ ਕਰਦਾ, ਚਾਹੇ ਉਹ ਜਥੇਦਾਰ ਰਘਬੀਰ ਸਿੰਘ ਨੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨੇ। ਪਰ ਅੱਜ ਜਦੋਂ ਸਮਾਂ ਸੀ ਇਹ ਗੱਲਾਂ ਕਰਨ ਦਾ, ਉਸ ਵੇਲੇ ਨਹੀਂ ਹੋਈਆਂ, ਤਾਂ ਅੱਜ ਉਹਨਾਂ ਨੂੰ ਨਹੀਂ ਇਹ ਗੱਲਾਂ ਕਰਨੀਆਂ ਚਾਹੀਦੀਆਂ। ਹਾਂ, ਜੇ ਕੋਈ ਗੱਲ ਕਰਨੀ ਆ ਤਾਂ ਨੰਗੀ ਚਿੱਟੀ, ਦੋਹਰੀ ਗੱਲ ਨਾ ਹੋਵੇ, ਦੋਹਰੇ ਮਾਪਦੰਡ ਨਾ ਹੋਣ। ਉਹਦੇ ਵਿੱਚ ਜਿਹੜੀ ਹੈਗੀ ਆ ਸਪਸ਼ਟ ਗੱਲ ਜਿਹੜੀ ਉਹ ਕੌਮ ਦੇ ਸਾਹਮਣੇ ਰੱਖ ਦੇਣੀ ਚਾਹੀਦੀ ਉਹਨਾਂ ਨੂੰ। ਜੇ ਵਾਕਈ ਦਬਾਅ ਦੀ ਗੱਲ ਹੈ ਤਾਂ ਫਿਰ ਦਮਦਮਾ ਸਾਹਿਬ ਵੀ ਤਾਂ ਜਥੇਦਾਰ ਤੇ ਦਬਾਅ ਰਹੂਗਾ। ਫਿਰ ਉਹਨਾਂ ਨੇ ਇੱਥੇ ਕਿਉਂ ਸੇਵਾ ਨਿਭਾਉਣੀ ਆ? ਫਿਰ ਉਹ ਕਹਿਣ ਵੀ ਭਾਈ ਮੈਂ ਤਾਂ ਦਬਾਅ ਤੋਂ ਸਾਰੇ ਤੋਂ ਹੀ ਸੁਰਖਰੂ ਹੋਣਾ ਚਾਹੁੰਦਾ, ਆਹ ਲਓ ਮੇਰਾ ਅਸਤੀਫਾ ਤੇ ਮੈਂ ਘਰ ਜਾ ਰਿਹਾ ਹਾਂ। ਠੀਕ ਹੈ ਦਾਦੂਵਾਲ ਸਾਹਿਬ, ਸ਼ੁਕਰੀਆ ਗੱਲਬਾਤ ਲਈ, ਧੰਨਵਾਦ ਹੈ। ਤਾਂ ਦੋਹਰੀ ਗੱਲਬਾਤ ਨਹੀਂ ਹੋਣੀ ਚਾਹੀਦੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੌਜੂਦਾ ਦਮਦਮਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਦੋਹਰੀ ਗੱਲ ਕੀਤੀ ਗਈ ਹੈ, ਸਪਸ਼ਟ ਗੱਲ ਕੀਤੀ ਜਾਵੇ, ਪੂਰਾ ਜਿਹੜਾ ਹੈ ਉਹ ਦੱਸਿਆ ਜਾਵੇ ਵਿਸਤਾਰ ਦੇ ਵਿੱਚ ਕੋਈ ਕਹਿਣਾ ਕਿਸ ਸੰਦਰਭ 'ਚ ਚਾਹੁੰਦੇ ਨੇ। ਜੇਕਰ ਬਿਆਨ ਇਸ ਕਿਸਮ ਦੇ ਦਿੱਤੇ ਜਾ ਰਹੇ ਨੇ ਗਲਤ ਹੈ, ਔਰ ਗਲਤ ਸੁਨੇਹਾ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ ਜਾਂਦਾ ਹੈ, ਸੰਗਤਾਂ ਦੇ ਵਿੱਚ ਜਾਂਦਾ ਹੈ, ਲੋਕਾਂ ਤੱਕ ਗਲਤ ਸੁਨੇਹਾ ਜਾਂਦਾ ਹੈ। ਤਾਂ ਦੱਸ ਦਈਏ ਕਿ ਜੋ ਬਿਆਨ ਕੱਲ੍ਹ ਦਿੱਤੇ ਗਏ ਪ੍ਰੈਸ ਕਾਨਫਰੰਸ ਦੇ ਵਿੱਚ, ਜੋ ਪੂਰਾ ਉਹਨਾਂ ਨੇ ਖੁੱਲ ਕੇ ਗੱਲਬਾਤ ਕੀਤੀ ਸੀ, ਉਸ ਦੇ ਵਿੱਚੋਂ ਇੱਕ ਮਸਲਾ ਉੱਠਿਆ ਹੈ ਕਿ ਦਿੱਲੀ ਵਾਲੀ ਯਾਰੀ ਜਿਹੜੀ ਹੈ ਉਹ ਕਿਸ ਤਰੀਕੇ ਦੀ ਹੈ, ਔਰ ਜੇਕਰ ਹੈ ਤਾਂ ਫਿਰ ਮਸਲੇ ਹੱਲ ਕਿਉਂ ਨਹੀਂ ਕਰਾਏ ਗਏ, ਇਸ ਨੂੰ ਲੈ ਕੇ ਸਵਾਲ ਉੱਠੇ ਨੇ। ਪਹਿਲਾਂ ਜਥੇਦਾਰ ਹੋ ਕੇ ਇੱਜ਼ਤ ਨਾਲ ਗਿਆ ਨਹੀਂ, ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ। ਮੈਂ ਕਿਸੇ ਨੇ ਮੈਂ ਨਹੀਂ ਕਹਿ ਸਕਦਾ ਕਿ ਪਹਿਲੇ ਬੇਇੱਜ਼ਤ ਹੋ ਕੇ ਗਏ ਆ। ਮੈਂ ਇਹ ਸ਼ਬਦ ਨਹੀਂ ਬੋਲ ਸਕਦਾ ਕਿਉਂਕਿ ਮੈਂ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ? ਦੂਰੀਆਂ ਖਤਮ ਕਰ ਦਿਓ। ਦਿੱਲੀ ਨਾਲ ਤਾਂ ਸਾਡੀ ਯਾਰੀ ਹੈ। ਆਪੇ ਜੋ ਕਹਿੰਦੇ ਆ ਤਾਂ ਹੈਗੀ ਆ ਫਿਰ। ਸਿੰਘ ਸਾਹਿਬ ਹੈਗੀ, ਸਿੰਘ ਸਾਹਿਬ ਯਾਰੀ ਹਾਂ ਹੈਗੀ, ਕਿਉਂ ਹੈ ਨਹੀਂ ਜੀ? ਸਿੰਘ ਸਾਹਿਬ ਕਹਿੰਦੇ ਦੇਖੋ, ਪੰਥ ਦਾ ਨੁਕਸਾਨ, ਸੰਸਥਾਵਾਂ ਦਾ ਨੁਕਸਾਨ, ਕਿਸੇ ਨਾਲ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ। ਲੇਕਿਨ ਪੰਥ ਦਾ ਨੁਕਸਾਨ, ਸੰਸਥਾਵਾਂ ਦਾ ਨੁਕਸਾਨ, ਕੌਮ ਦਾ ਨੁਕਸਾਨ ਇਹ ਕਦੇ ਸੁਪਨੇ 'ਚ ਨਹੀਂ ਸੋਚ ਸਕਦੇ। ਜੇ ਕੋਈ ਕਰੂਗਾ ਡਟ ਕੇ ਪਹਿਰੇਦਾਰੀ ਕਰਾਂਗੇ, ਭਾਵੇਂ ਜਿਹਦੇ ਨਾਲ ਜਾਰੀ ਹੈ ਜਾਂ ਨਹੀਂ ਹੈ। ਔਰ ਕੀਤੀ ਹੈ ਜੀ, ਕੋਈ ਨਿੱਜੀ ਕੰਮ ਨਹੀਂ ਲਿਆ ਜੀ, ਕੋਈ ਨਿੱਜੀ ਕੋਈ 1 ਰੁਪਈਏ ਦਾ ਕੰਮ ਨਹੀਂ ਲਿਆ। ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ, ਸੰਸਥਾ ਦੀ ਕੀਤੀ ਹੈ, ਪੰਥ ਦੀ ਕੀਤੀ ਹੈ, ਔਰ ਪੰਥਕ ਸੋਚ ਦੀ ਕੀਤੀ ਹੈ ਔਰ ਇਹ ਹੋਏ ਰਹੇਗੀ ਜੀ।